ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੇ, ਨਮੋ ਕਰ ਜੋਰੇ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੇ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਕਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਜਾ ਮਹਿ ਅੰਮ੍ਰਿਤ ਗਿਆਨ ਹੈ, ਨਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹ ਕਰ ਕਰ ਅਨਰਾਗ। ਇਕ ਓੰਕਾਰ ਸਤਿਗੁਰੂ ਤੀ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬੈਨਾਸਨ ਸੋਏ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ। ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਤ ਬੰਦੇ ਕਾਰ ਕਢਾਈ, ਪੜ ਮੰਤਰ ਜਲ ਛਿਰਕਾਈ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰ ਵਾਲੀ ਗੁਰੂ ਕੀ ਸੰਗਤ, ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਰੋਜ਼ ਵਾਂਗ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਦੁਨਿਆਵੀ ਕੰਮਾਂ ਕਾਰਾਂ ਚੋਂ ਵਕਤ ਕੱਢ ਕੇ, ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਮਾਂ ਕੱਢ ਕੇ, ਦੂਰੋਂ ਨੇੜਿਓਂ ਚੱਲ ਕੇ ਸਾਹਿਬ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ, ਤਾਜਾਂ ਤੇ ਤਖਤਾਂ ਦੇ ਮਾਲਕ,
ਗੁਰੂ ਕਲਗੀਧਰ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਖਾਲਸਾ ਪੰਥ ਜੀ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਸ਼ਾਮਾਂ ਵੇਲੇ ਦੇ ਸੁੰਦਰ ਦਰਬਾਰ ਅੰਦਰ ਜੁੜ ਬੈਠ ਕਰਕੇ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀ। ਸਮਾਂ ਹੋਇਆ ਚੱਲ ਰਹੀ ਲੜੀਵਾਰ ਸ੍ਰੀ ਗੁਰਪੰਥ ਪ੍ਰਕਾਸ਼ ਇਤਿਹਾਸਕ ਗ੍ਰੰਥ ਦੀ ਇਤਿਹਾਸਕ ਕਥਾ ਦੇ ਨਾਲ ਜੁੜਨ ਦਾ। ਸੋ ਆਓ ਜਿੱਥੇ ਆਪਾਂ ਸਰੀਰਕ ਤੌਰ ਤੇ ਗੁਰੂ ਦਰਬਾਰ ਅੰਦਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ, ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਮਨੋਬਿਰਤੀਆਂ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਜੋੜਨਾ ਕਰੀਏ। ਲੜੀਵਾਰ ਇਤਿਹਾਸ ਵਿੱਚੋਂ ਕੱਲ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣ ਕੇ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਨੂੰ ਆ ਰਹੇ ਹੈ। ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਿੱਖ ਸੰਗਤਾਂ ਨੂੰ ਖਬਰ ਪਹੁੰਚਦੀ ਹੈ, ਖਬਰਾਂ ਮਿਲਦੀਆਂ ਨੇ, ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲ ਰਹੇ ਨੇ, ਇਕੱਠੇ ਹੋ ਰਹੇ ਨੇ। ਸਰਕਾਰਾਂ ਵੱਲੋਂ ਸਖਤੀ ਵੀ ਵਰਤੀ ਜਾ ਰਹੀ ਹੈ। ਬੰਦਾ ਸਿੰਘ ਬਹਾਦਰ ਨੂੰ ਰੋਕਣ ਦੇ ਯਤਨ ਹੋ ਰਹੇ ਨੇ। ਵਜ਼ੀਰ ਖਾਨ ਇਸ ਗੱਲ ਤੋਂ ਬੜਾ ਭੜਕਿਆ ਹੋਇਆ, ਬਹੁਤ ਔਖਾ ਹੈ। ਬੰਦਾ ਸਿੰਘ ਬਹਾਦਰ ਦਾ ਰਸਤੇ ਦੇ ਵਿੱਚ ਕੁਝ ਉਸ ਤਰ੍ਹਾਂ ਦੇ ਲੋਕਾਂ ਵੱਲੋਂ ਰਸਤਾ ਰੋਕਣ ਦਾ ਯਤਨ ਜਦੋਂ ਕੀਤਾ ਗਿਆ ਔਰ ਉਹਨਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖਾਂ ਸਿਪਾਹੀਆਂ ਵੱਲੋਂ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਕੇ ਉਹ ਆਪਣੇ ਅੱਗੇ ਮੰਜ਼ਲ ਪੰਜਾਬ ਵੱਲ ਨੂੰ ਵੱਧ ਰਹੇ ਨੇ। ਨਿੱਕੀਆਂ ਮੋਟੀਆਂ ਲੜਾਈਆਂ ਹੋਈਆਂ ਨੇ। ਇਹਨਾਂ ਲੜਾਈਆਂ ਦੇ ਵਿੱਚ ਸਿੰਘਾਂ ਦੇ ਹੱਥ ਘੋੜੇ ਵੀ ਲੱਗੇ ਨੇ, ਹਥਿਆਰ ਵੀ ਲੱਗੇ ਨੇ, ਮਾਇਆ ਵੀ ਚੰਗੀ ਚੋਖੀ ਉਹਨਾਂ ਨੂੰ ਪ੍ਰਾਪਤ ਹੋਈ ਹੈ। ਬਾਬਾ ਜੀ ਪੰਜਾਬ ਨੂੰ ਆ ਰਹੇ ਨੇ। ਵਜੀਦ ਖਾਨ ਬਹੁਤ ਔਖਾ ਹੈ। ਇਥੋਂ ਤੱਕ ਕੱਲ ਆਪਾਂ ਲੜੀਵਾਰ ਇਤਿਹਾਸ ਨੂੰ ਵਾਚਿਆ ਸੀ। ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਦਰਬਾਰ ਅੰਦਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਆਓ ਅਗਲੇ ਪ੍ਰਸੰਗ ਨਾਲ ਜੁੜੀਏ। ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਫਤਿਹ ਦੀ ਸਾਂਝ ਪਾਇਓ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਤਹਿ ਤੈ ਚਲ ਬੰਦਾ ਥਿਰਿਓ ਘੱਗਰ ਨਦੀ ਲਖਾਏ। ਭਾਈ ਸਾਹਿਬ ਗਿਆਨੀ ਗਿਆਨ ਸਿੰਘ ਜੀ ਲੜੀਵਾਰ ਇਤਿਹਾਸ ਨੂੰ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਅਗਾਂਹ ਤੋਰਦਿਆਂ ਲਿਖਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਅੱਗੇ ਵੱਧ ਰਹੇ ਨੇ। ਉਹ ਘੱਗਰ ਨਦੀ ਪਾਰ ਕਰਕੇ ਆਪਣੇ ਸਿਪਾਹੀਆਂ ਨਾਲ, ਜਿੰਨੇ ਕਿ ਵੀ ਉਹਨਾਂ ਕੋਲੇ ਸਿਪਾਹੀ ਪੰਜਾਬ ਦੇ ਸਿੱਖ ਇਕੱਠੇ ਹੋਏ ਨੇ, ਉਹਨਾਂ ਨੂੰ ਨਾਲ ਲੈ ਕੇ ਕਹਿੰਦੇ ਸਰਬ ਸੰਗੀਆਂ ਕੋ ਕਹਿਓ ਦੌਲਤ ਦੇਹੋ ਪੰਚਾਹੇ। ਇੱਥੇ ਆ ਕੇ ਬਾਬਾ ਜੀ ਨੂੰ ਮਹਿਸੂਸ ਹੋਇਆ ਵੀ ਧਨ ਚਾਹੀਦਾ ਤੇ ਉਹ ਖਾਲਸਾ ਫੌਜਾਂ ਨੂੰ ਵੀ ਵੰਡਣਾ ਤੇ ਉਹਨਾਂ ਨੇ ਕੁਝ ਕੁ ਸਿੱਖਾਂ ਨੂੰ ਸੁਨੇਹੇ ਲਾਤੇ, ਕੁਝ ਕੁ ਨੂੰ ਲਿਖ ਕੇ ਭੇਜ ਦਿੱਤਾ ਵੀ ਜਿੰਨਾ ਕਿ ਵੀ ਤੁਹਾਡੇ ਕੋਲੇ ਧਨ ਹੈਗਾ ਉਹ ਪਹੁੰਚਾਇਆ ਜਾਵੇ ਜੀ। ਜਹ ਜਹ ਜਿਸ ਕਾ ਦਿਲ ਚਾਹੇ 7 ਦਿਵਸ ਕੇ ਮਾਹੇ। ਕਹਿਣ ਲੱਗੇ ਜਿੰਨਾ ਜਿੰਨਾ ਵੀ ਕੋਈ ਸਮਰੱਥਾ ਰੱਖਦਾ, ਜਿੰਨੀ ਜਿੰਨੀ ਕਿਸੇ ਦੀ ਭਾਵਨਾ ਹੈਗੀ ਹੈ, ਫਿਰ ਹਟ ਆਵੈ ਆ ਸਭ ਲਿਆਵੋ ਔਰੈ ਚਾਹੇ। ਔਰ ਭਾਈ ਸਾਹਿਬ ਜੀ ਲਿਖਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਸਮੇਂ ਤੇ ਖਾਲਸਿਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਆ ਰਹੇ ਹਨ। ਸ਼ਹਿਰ ਸਮਾਣਾ ਲੂਟ ਹੈ ਹਮ 10ਵੇਂ ਦਿਨ ਠੀਕ। ਇਹ ਬਾਬਾ ਬੰਦਾ ਸਿੰਘ ਬਹਾਦਰ ਥੋੜਾ ਅਗਾਊਂ ਐਡਵਾਂਸ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ ਵੀ ਠੀਕ ਅੱਜ ਤੋਂ ਇੰਨੇ ਦਿਨਾਂ ਨੂੰ ਆਪਾਂ ਤਕਰੀਬਨ 10 ਦਿਨਾਂ ਤੱਕ ਸਮਾਣਾ ਫਤਿਹ ਕਰ ਲੈਣਾ ਹੈ। ਜਿਸ ਧਨ ਬੋ ਲੈਣ ਹੋਵੇ ਆਵੇ ਸੋ ਤੈ ਨੀਕ। ਬਾਬਾ ਬੰਦਾ ਸਿੰਘ ਬਹਾਦਰ ਨੇ ਖੁੱਲ੍ਹੇਆਮ ਆਖਿਆ ਵੀ ਜਿਨ੍ਹਾਂ ਨੇ ਇਸ ਮੁਹਿੰਮ ਦੇ ਵਿੱਚ, ਇਸ ਘੋਲ ਦੇ ਵਿੱਚ ਹਿੱਸਾ ਪਾਉਣਾ ਹੋਵੇ ਉਹ ਛੇਤੀ ਨਾਲ ਆਵੇ ਜੀ। ਖੁਫੀਆ ਖਬਰਾਂ ਫਿਰਦੇ ਹੋ ਠੌਰ ਠੌਰ ਸਭ ਦੇਸ। ਔਰ ਜਿੱਥੇ ਜਿੱਥੇ ਗੁਰੂ ਕੇ ਸਿੱਖ ਨੇ, ਗੁਰੂ ਕੇ ਖਾਲਸੇ ਨੇ, ਉਹਨਾਂ ਤੱਕ ਖਬਰ ਪਹੁੰਚਾਈ ਜਾਵੇ ਜੀ। ਇਹੀ ਮਾਣ ਕਰ ਸੰਗੀਆਂ ਕੀਨੇ ਤੁਰਤ ਬਸੇਸ। ਜਿਨ੍ਹਾਂ ਜਿਨ੍ਹਾਂ ਨੂੰ ਪੰਥ ਦਾ ਪ੍ਰੇਮ ਸੀ, ਜਿਨ੍ਹਾਂ
ਜਿਨ੍ਹਾਂ ਦੇ ਮਨ ਦੇ ਵਿੱਚ ਉਹਨਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਬਦਲੇ ਲੈਣ ਦੀ ਭਾਵਨਾ ਸੀ, ਉਹਨਾਂ ਨੂੰ ਜਦੋਂ ਮੈਸੇਜ ਲੱਗੇ ਉਹਨਾਂ ਨੇ ਇੱਕਦਮ ਤਿਆਰੀਆਂ ਕੀਤੀਆਂ, ਬਹੁਤ ਛੇਤੀ ਤਿਆਰ ਹੋਏ ਹਨ। ਦਿਵਸੇ 8ਵੇਂ ਸਭ ਪਏ ਇਕੱਠੇ ਬੰਦੇ ਪਾਸ। ਔਰ ਇੱਕ ਨਿਯਤ ਸਮੇਂ ਦੇ ਉੱਪਰ ਭਾਈ ਸਾਹਿਬ ਕਹਿੰਦੇ ਬੰਦਾ ਸਿੰਘ ਬਹਾਦਰ ਦੇ ਪਾਸ ਵੱਡੀ ਗਿਣਤੀ ਦੇ ਵਿੱਚ ਉਸ ਤਰ੍ਹਾਂ ਦੇ ਲੋਕ ਸਿੱਖ ਇਕੱਠੇ ਹੋਏ ਹਨ। ਲੋਕ ਲੁਟੇਰੇ ਧਾੜਵੀ ਢੂਕੇ ਟਿਕ ਧਰਿਆਸ। ਦੇਖੋ ਇਹ ਮੈਂ ਕੱਲ ਵੀ ਬੇਨਤੀ ਕੀਤੀ ਸੀ, ਵੱਡੇ ਸੰਘਰਸ਼ਾਂ ਦੇ ਵਿੱਚ ਕੁਝ ਤਰ੍ਹਾਂ ਦੇ ਕੁਝ ਗਲਤ ਅਨਸਰਾਂ ਦਾ ਆ ਜਾਣਾ ਕੁਦਰਤੀ ਹੁੰਦਾ। ਕਦੇ ਵੀ ਤੁਸੀਂ ਵੇਖ ਲਿਓ ਜਦੋਂ ਵੀ ਕੋਈ ਵੱਡੀਆਂ ਮੁਹਿੰਮਾਂ ਚੱਲਦੀਆਂ ਨੇ, ਵੱਡਾ ਕੋਈ ਘੋਲ ਹੁੰਦਾ ਹੈ, ਕੁਝ ਕੁ ਬੰਦੇ ਉਹਦੇ ਵਿੱਚ ਗਲਤ ਅਨਸਰ ਆਉਂਦੇ ਨੇ, ਗਲਤ ਭਾਵਨਾ ਵਾਲੇ, ਜਿਨ੍ਹਾਂ ਦਾ ਮਤਲਬ ਹੁੰਦਾ ਵੀ ਚਲੋ ਆਪਾਂ ਵੀ ਇੱਥੋਂ ਲਾਹਾ ਲਾਓ। ਬਸ ਉਹਨਾਂ ਦੇ ਅੰਦਰ ਦਰਦ ਕੋਈ ਨਹੀਂ ਹੁੰਦਾ, ਉਹਨਾਂ ਦੇ ਵਿੱਚ ਨਾ ਪੰਥ ਦਾ, ਨਾ ਕੌਮ ਦਾ, ਨਾ ਸਮਾਜ ਦਾ, ਨਾ ਲੋਕਾਈ ਦਾ, ਸਿਰਫ ਉਹ ਆਪਣੇ ਕੁਝ ਪਰਪਜ਼ਾਂ ਨੂੰ, ਕੁਝ ਆਪਣੀ ਮਸ਼ਹੂਰੀ ਲੈਣ ਲਈ ਅੱਗੇ ਆ ਜਾਂਦੇ ਨੇ। ਕਿਤੇ ਕੋਈ ਧਰਨੇ ਲੱਗੇ ਹੋਣ, ਕਿਤੇ ਕੋਈ ਇਸ ਤਰ੍ਹਾਂ ਦੇ ਘੋਲ ਹੁੰਦੇ ਹੋਣ, ਔਰ ਕੁਝ ਕੁ ਬੰਦੇ ਉਹੀ ਆ ਜਾਣਗੇ ਬਰਸਾਤੀ ਡੱਡੂਆਂ ਦੇ ਵਾਂਗ, ਉਹਨਾਂ ਨੇ ਆ ਕੇ ਸਟੇਜਾਂ ਤੇ ਕਬਜ਼ਾ ਕਰਕੇ ਬਸ ਤੂੰ ਮੈਂ ਕਰਨੀ ਹੁੰਦੀ ਹੈ, ਆਪਣੇ ਆਪ ਨੂੰ ਮੀਡੀਆ ਦੇ ਵਿੱਚ ਲੈ ਕੇ ਆਉਣਾ ਹੁੰਦਾ। ਔਰ ਕੁਝ ਕੁ ਬੰਦੇ ਜਿਹੜੇ ਨੇ ਉਹਨਾਂ ਨੇ ਬਸ ਉਹਦਾ ਲਾਹਾ ਲੈਣਾ ਹੁੰਦਾ, ਔਰ ਇਸੇ ਕਰਕੇ ਕਈ ਵਾਰੀ ਉਹ ਮੁਹਿੰਮਾਂ ਖਰਾਬ ਵੀ ਹੋ ਜਾਂਦੀਆਂ ਨੇ। ਸੋ ਇਹ ਸੁਭਾਵਿਕ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੇ, ਜਿੱਥੇ ਪੰਥ ਨੂੰ ਪ੍ਰੇਮ ਕਰਨ ਵਾਲੇ ਖਾਲਸੇ ਇਕੱਠੇ ਹੋ ਰਹੇ ਨੇ, ਪੰਥ ਦਰਦੀ ਇਕੱਠੇ ਹੋ ਰਹੇ ਨੇ, ਜਿਨ੍ਹਾਂ ਦੇ ਅੰਦਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਦਰਦ ਛੁਪੇ ਹੋਏ ਨੇ। ਜਿੱਥੇ ਉਹਨਾਂ ਦਾ ਇਕੱਠੇ ਹੋਣਾ ਉੱਥੇ ਸੁਭਾਵਿਕ ਸੀ, ਜਿਵੇਂ ਉਹ ਪੰਜਾਬੀ ਦੀ ਕਹਾਵਤ ਵੀ ਚੜ੍ਹਦੇ ਸੂਰਜ ਨੂੰ ਸਲਾਮਾਂ, ਬਾਬਾ ਬੰਦਾ ਸਿੰਘ ਬਹਾਦਰ ਜਿਵੇਂ ਜਿਵੇਂ ਆ ਰਹੇ ਹੈ, ਬਹੁਤੇ ਲੋਕ ਉਹਨਾਂ ਨਾਲ ਜੁੜ ਵੀ ਰਹੇ ਨੇ। ਬਈ ਹੁਣ ਕਈ ਬੰਦਿਆਂ ਦਾ ਸੁਭਾਅ ਹੁੰਦਾ ਵੀ ਜਿਹਦਾ ਰਾਜ ਉਹਦੇ ਨਾਲ ਹੀ ਹੋ ਜਾਣਾ ਹੁੰਦਾ, ਜਿਹਦੀ ਤੂਤੀ ਬੋਲਦੀ ਉਹਦੇ ਨਾਲੇ ਹੋ ਜਾਣਾ ਹੁੰਦਾ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੁਝ ਇਸ ਤਰ੍ਹਾਂ ਦੇ ਲੋਕ ਵੀ ਆ ਕੇ ਜੁੜੇ ਨੇ, ਜਿਹੜੇ ਲੋਕ ਲੁਟੇਰੇ ਧਾੜਵੀ, ਇਹ ਕਹਿਣਾ ਮਜਬੂਰੀ ਹੈ, ਧਾੜਵੀ ਲੋਕ, ਲੁਟੇਰੇ ਕਿਸਮ ਦੇ ਲੋਕ, ਲੁੱਟਾਂ ਖੋਹਾਂ ਕਰਨ ਵਾਲੇ, ਕਹਿੰਦੇ ਢੂਕੇ ਢਿਗ ਧਰਿਆਸ, ਉਹ ਵੀ ਇੱਥੇ ਆਏ ਨੇ ਵੀ ਚਲੋ ਆਪਾਂ ਵੀ ਹੁਣ ਖਾਲਸਿਆਂ ਨੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਤਾ, ਜੋ ਹੋਣਾ ਉਹ ਆਪਣੇ ਹਿਸਾਬ ਦੇ ਨਾਲ ਅੰਦਾਜ਼ੇ ਲਾ ਕੇ ਇਸ ਤਰ੍ਹਾਂ ਦੀਆਂ ਭਾਵਨਾਵਾਂ ਲੈ ਕੇ ਆਏ ਹਨ। ਹਾਕਲਾ ਛੰਦ ਦਿਨ ਨੌਵੇਂ ਤੇ ਚੜਕੈ, ਨਿਸਹੀ ਨਿਸਦਰ ਤੇ ਪੜਕੈ। ਚਲੋ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਟਾਈਮ ਦਿੱਤਾ ਸੀ, ਉਸ ਦਿਨ ਤੇ 10 ਦਿਨਾਂ ਤੱਕ ਕਿਹਾ ਸੀ ਨਾ, 9ਵਾਂ ਦਿਨ ਆਇਆ, 9ਵੇਂ ਦਿਨ ਉੱਥੋਂ ਜੈਕਾਰੇ ਛੱਡ ਕੇ ਮਹਾਰਾਜ ਦਾ ਲੈ ਕੇ ਓਟ ਆਸਰਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਖਾਲਸਾ ਫੌਜਾਂ, ਸਿੱਖ ਫੌਜਾਂ ਤੁਰੀਆਂ ਹਨ। ਟੁਕ ਨੇੜੇ ਬਾਂਗਾ ਫੜਕੈ, ਤਸ ਗਏ ਪਹਿਰ ਦੇ ਤੜਕੈ। ਟੁਕ ਨੇੜੇ ਬਾਗਾਂ ਫੜਕੈ, ਭਾਈ ਸਾਹਿਬ ਕਹਿੰਦੇ ਨੇ ਬੜੀ ਛੇਤੀ ਦੇ ਨਾਲ ਉਹ ਇਧਰ ਨੂੰ ਆ ਗਏ। ਸਮਾਣਾ ਉਹਨਾਂ ਦੀ ਅੱਖ ਹੇਠ ਹੈ। ਸਮਾਣੇ ਪਹਿਲਾਂ ਇਸ ਤੋਂ 2-3 ਥਾਵਾਂ ਤੇ ਹੋਰ ਹਮਲੇ ਹੋਏ ਨੇ, ਕਪੂਰੀ ਕੁਪਾਰੀ ਮਾੜੇ ਮੋੜੇ ਹੋਏ ਨੇ, ਪਰ ਸਭ ਤੋਂ ਵੱਡਾ ਅਟੈਕ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਣੇ ਦੇ ਉੱਪਰ। ਕਹਿੰਦੇ ਜਦੋਂ ਅਰਦਾਸੇ ਸੋਧ ਕੇ ਜੈਕਾਰੇ ਛੱਡ ਕੇ ਲੈ ਕੇ ਮਹਾਰਾਜ ਦਾ ਓਟ ਆਸਰਾ ਗੁਰੂ ਕੇ ਖਾਲਸੇ ਚੱਲੇ ਜੀ। ਬਿਜਰੀ ਜਿਉ ਪਏ ਅਸਾਰੈ, ਨੈ ਲੀਣੀ ਮਿਲੇ ਸੰਭਾਰੈ। ਬੜੇ ਧਿਆਨ ਨਾਲ ਸੁਣਿਓ ਇਸ ਨੂੰ। ਕਹਿੰਦੇ ਬਿਜਲੀ ਜਿਉ ਪਏ ਅਸਾਰੇ, ਜਿਵੇਂ ਅਚਨਚੇਤ ਬਿਜਲੀ ਲਿਸ਼ਕਦੀ ਹੈ ਨਾ ਆਸਮਾਨ ਦੇ ਵਿੱਚ, ਉਹ ਬਿਜਲੀ ਅਚਨਚੇਤ ਲਿਸ਼ਕਦੀ ਹੈ, ਪਤਾ ਹੀ ਨਹੀਂ ਲੱਗਦਾ। ਔਰ ਲਹਿ ਨਹਿ ਲੈਣੀ ਮਿਲੀ ਸੰਭਾਰ ਹੈ। ਜਦੋਂ ਬਿਜਲੀ ਲਿਸ਼ਕਦੀ ਹੈ ਆਪਾਂ ਨੂੰ ਐ ਥੋੜਾ ਹੁੰਦਾ ਲੈ ਵੀ ਆਪਾਂ ਸੰਭਲ ਜਾਣਾ ਸੀ, ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ। ਉਹ ਤੇ ਅੱਖ ਦੇ ਫੋਰ ਦੇ ਵਿੱਚ, ਅੱਖ ਚਮਕਣ ਦੇ ਸਮੇਂ ਤੋਂ ਘੱਟ ਸਮੇਂ ਦੇ ਵਿੱਚ ਉਹ ਤੇ ਕੰਮ ਕਰਕੇ ਚਲੀ ਜਾਂਦੀ ਹੈ। ਵਾਹਿਗੁਰੂ ਸੁੱਖ ਰੱਖੇ, ਕਈ ਵਾਰੀ ਮੀਂਹ ਪੈਂਦੇ ਨੇ, ਜਦੋਂ ਬਿਜਲੀ ਲਿਸ਼ਕਦੀ ਹੈ ਕਿਸੇ ਪਸ਼ੂ ਤੇ ਪੈ ਗਈ, ਕਿਸੇ ਦਰਖਤ ਤੇ ਪੈ ਗਈ, ਕਿਸੇ ਮਨੁੱਖ ਤੇ ਪੈ ਗਈ, ਐਨ ਪਾੜ ਕੇ ਧਰ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਬਚਣ ਦਾ ਸਮੇਂ ਨਹੀਂ ਮਿਲਦਾ ਵੀ ਚੱਕ ਕੇ ਲੈ ਜਾਓ ਡਾਕਟਰ ਕੋਲੇ ਜਾਂ ਕੁਝ ਹੋਰ, ਨਹੀਂ, ਐਸਾ ਹੁੰਦਾ ਹੀ ਨਹੀਂ ਹੈ। ਅੱਖ ਚਮਕਣ ਜਿਤਨੇ ਸਮੇਂ ਦੇ ਅੰਦਰ ਜਿਵੇਂ ਬਿਜਲੀ ਪੈਂਦੀ ਹੈ, ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਬਿਜਲੀ ਦੀ ਤਰ੍ਹਾਂ ਆ ਰਹੇ ਹਨ। ਚੌਫੇਰਿਓਂ ਲੋਕ ਲੁਟੇਰੇ, ਕਰ ਹੱਲੇ ਧਸੇ ਬਧੇਰੇ। ਚੌਪਾਸਿਓਂ ਤੇ ਚੌਫੇਰਿਓਂ ਸਮਾਣੇ ਨੂੰ ਘੇਰਿਆ ਹੈ। ਸਭ ਲੁੱਟਿਓ ਸ਼ਹਿਰ ਸਮਾਣਾ, ਸਿਰ ਤੁਰਕਣ ਕਹਿਰ ਬਿਹਾਣਾ। ਕਹਿੰਦੇ ਸਮਾਣੇ ਦੇ ਉੱਪਰ ਖਾਲਸੇ ਨੇ ਤਾਵਾ ਬੋਲਤਾ, ਸਮਾਣੇ ਨੂੰ ਆਪਣਾ ਨਿਸ਼ਾਨਾ ਬਣਾਇਆ, ਔਰ ਚਾਰੇ ਪਾਸਿਆਂ ਤੋਂ ਬੁਰੀ ਤਰ੍ਹਾਂ ਘੇਰ ਲਿਆ, ਲੁੱਟਣ ਲੱਗ ਪਏ। ਹੁਣ ਮੈਂ ਪਹਿਲਾਂ ਬੇਨਤੀ ਕੀਤੀ ਹੈ, ਖਾਲਸੇ ਦਾ ਪਰਪਸ ਕੱਲਾ ਲੁੱਟਣਾ ਨਹੀਂ ਹੈ, ਉਹਨਾਂ ਦਾ ਮਤਲਬ ਹੈ ਸੋਧਾ ਲਾਉਣਾ, ਸਜ਼ਾਵਾਂ ਦੇਣੀਆਂ।
ਕੀਤੇ ਹੋਏ ਪਾਪ ਕਰਮਾਂ ਦਾ ਫਲ ਭੁਗਤਾਉਣਾ ਤੇ ਲੁੱਟ ਖੋਹਾਂ ਇਹ ਪਹਿਲਾ ਪਰਪਸ ਨਹੀਂ ਹੈ। ਐਸਾ ਹੋਏਗਾ, ਸੁਭਾਵਿਕ ਹੈ। ਜਿਹੜੇ ਲੋਕ ਆਉਣਗੇ ਉਹ ਸਾਰੇ ਤਾਂ ਇਸ ਤਰ੍ਹਾਂ ਦੇ ਨਹੀਂ ਹੋਣਗੇ। ਇਸ ਕਰਕੇ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਜਦੋਂ ਘੇਰ ਲਿਆ ਨਾ ਸਮਾਣੇ ਨੂੰ, ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਇਸ ਤਰ੍ਹਾਂ ਘੇਰਿਆ ਤੇ ਇੱਕ ਤਰ੍ਹਾਂ ਦਾ ਟੁੱਟ ਕੇ ਪਾਏ ਹਨ। ਜਿਨੇ ਅੱਗਿਓਂ ਹੱਥ ਉਠਾਇਓ ਸੋ ਜਾਨੋ ਮਾਰ ਗਵਾਇਓ। ਜਿਨ੍ਹਾਂ ਨੇ ਅੱਗੇ ਹੱਥ ਚੁੱਕਿਆ ਉਹ ਮਤਲਬ ਬਖਸ਼ਿਆ ਨਹੀਂ ਗਿਆ। ਜਿਹਨੇ ਖਾਲਸੇ ਦੇ ਅੱਗੇ ਅੜਨਾ ਕੀਤਾ, ਝਾੜ ਦਿੱਤਾ ਹੈ। ਇੱਕ ਬੋਦੀ ਵਾਲਾ ਤੇ ਆਗੈ ਔਰਨ ਕੋ ਜਮ ਹੈ ਲਾਗੈ। ਦੇਖੋ ਗੁਰਮੁਖੋ ਕਹਿੰਦੇ ਬੋਦੀ ਵਾਲਾ ਦੇਖ ਕੇ ਛੱਡ ਦਿੰਦੇ ਨੇ ਵੀ ਇਹਦੇ ਬੋਦੀ ਆ, ਇਹਨੂੰ ਛੱਡ ਦਿਓ ਵੀ ਇਹ ਹਿੰਦੂ ਹੈ। ਤੁਰਕਾਂ ਨੇ ਸਾਡੇ ਗੁਰੂ ਸਾਹਿਬ ਨੂੰ ਤੰਗ ਕੀਤਾ ਹੈ। ਸਾਹਿਬਜ਼ਾਦੇ ਉਹਨਾਂ ਨੇ ਕਤਲ ਕੀਤੇ ਨੇ। ਔਰ ਸਮਾਣੇ ਨੂੰ ਪਤਾ ਕਿਉਂ ਨਿਸ਼ਾਨਾ ਬਣਾਇਆ ਸੀ? ਜਿਹੜੇ ਸ਼ਾਸਲ ਵੇਗ ਤੇ ਬਾਸ਼ਲ ਵੇਗ ਸੀ, ਜਿਨ੍ਹਾਂ ਨੇ ਛੋਟੇ ਬੱਚੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀਆਂ ਛਾਤੀਆਂ ਤੇ ਬੈਠ ਕੇ ਔਰ ਉਹਨਾਂ ਦੀਆਂ ਸਾਰੀਆਂ ਕੱਟੀਆਂ ਸੀਗੀਆਂ, ਧੜਾਂ ਨਾਲੋਂ ਗਰਦਨਾਂ ਵੱਖ ਕੀਤੀਆਂ ਸੀ, ਉਹ ਸਮਾਣੇ ਦੇ ਸੀ। ਤੇ ਜਿਹੜੇ ਜਲਾਦ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਜੁਦਾ ਕੀਤਾ ਸੀ, ਉਹ ਜਲਾਲਉਦੀਨ ਸਮਾਣੇ ਦਾ ਸੀ। ਤੇ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਗਾਹਾਂ 'ਚ ਸਮਾਣਾ ਰੜਕਦਾ ਹੈ, ਬਹੁਤ ਜ਼ਿਆਦਾ ਰੜਕਦਾ ਹੈ। ਉਹਨਾਂ ਨੇ ਸਮਾਣੇ ਨੂੰ ਆ ਕੇ ਨਿਸ਼ਾਨਾ ਬਣਾਇਆ। ਤੇ ਹੁਣ ਜਿਹੜਾ ਕੋਈ ਮਾੜਾ ਮੋਟਾ ਅੱਗੇ ਅੜਦਾ ਉਹਨੂੰ ਝਾੜ ਦਿੰਦੇ ਨੇ। ਕਹਿੰਦੇ ਨੇ ਇੰਨਾ ਰੋਹ ਸੀ ਸਿੱਖਾਂ ਦੇ ਅੰਦਰ, ਇੰਨਾ ਗੁੱਸਾ ਸੀ ਅੰਦਰ। ਬੋਦੀ ਵਾਲਾ ਦੇਖ ਕੇ ਵੀ ਇਹ ਹਿੰਦੂਆਂ ਨੂੰ ਛੱਡ ਦਿਓ। ਦੇਖੋ ਬੋਦੀ ਵਾਲੇ ਛੱਡੇ ਗਏ ਨੇ, ਮਾਫੀ ਦੇਣੀ, ਪਰ ਬੋਦੀ ਵਾਲਿਆਂ ਦੇ ਕਰਕੇ ਹੀ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ। ਸੁੱਚਾਨੰਦ ਖੱਤਰੀ ਨੇ ਕਿਹਾ ਸੀ ਸੱਪਾਂ ਦੇ ਪੁੱਤ ਸਪੋਲੀਏ ਹੁੰਦੇ ਨੇ। ਇਹ ਫਰਾਖ ਦਿਲੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ, ਇਹ ਰਹਿਮ ਦਿਲੀ ਆ ਉਹਦੀ, ਪਰ ਘੱਟ ਤੇ ਸੁੱਚਾਨੰਦ ਨੇ ਨਹੀਂ ਸੀ ਨਾ ਕੀਤੀ। ਚਲੋ ਕਹਿੰਦੇ ਨੇ ਔਰਨ ਕੋ ਜਮ ਹੈ ਲਾਗੇ, ਜਿਵੇਂ ਜਮ ਆਉਂਦੇ ਨੇ ਨਾ ਐ ਖਾਲਸੇ ਜਮਾਂ ਵਾਂਗ ਪੈ ਗਏ ਹਨ। ਬਹੁਤ ਤੁਰਕ ਕਤਲ ਤੈ ਕੀਨੇ ਬੈਰਣ ਤੇ ਬਦਲੇ ਲੀਨੇ। ਬਹੁਤ ਸਾਰੇ ਤੁਰਕਾਂ ਦਾ ਕਤਲੇਆਮ ਕੀਤਾ, ਬੈਰੀਆਂ ਤੋਂ ਬਦਲੇ ਲਏ, ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਚੁਕਾਇਆ ਜੀ। ਧਨ ਮਨ ਪਾਵਤ ਸਭ ਲੂਟਿਓ ਨਾ ਜੀਵਨ ਨਾਰਣ ਛੁਟਿਓ। ਕਹਿੰਦੇ ਨੇ ਧਨ ਖਾਲਸੇ ਦੇ ਹੱਥ ਲੱਗਿਆ, ਮਨ ਭਾਵਤ ਮਤਲਬ ਪਹਿਲਾਂ ਤਾਂ ਉਹਨਾਂ ਨੇ ਆਪਣਾ ਸਫਾਇਆ ਕੀਤਾ ਉਹਨਾਂ ਮੁਸਲਮਾਨਾਂ ਦਾ ਜਿਹੜੇ ਖਾਲਸੇ ਦੀਆਂ ਅੱਖਾਂ 'ਚ ਰੜਕਦੇ ਸੀ। ਜਲਾਲਉਦੀਨ ਵਰਗੇ ਉਹਨਾਂ ਦੇ ਸਾਸ਼ਲ ਵੇਗ ਤੇ ਬਾਸ਼ਲ ਵੇਗ ਦੇ ਜਿੰਨੇ ਵੀ ਖਾਨਦਾਨ ਸੀਗੇ, ਇੱਕ ਇਤਿਹਾਸਕ ਹਵਾਲੇ ਮੁਤਾਬਕ 10,000 ਮੁਸਲਮਾਨਾਂ ਦਾ ਕਤਲ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ। ਤੁਸੀਂ ਹਿਸਾਬ ਲਾ ਲਓ, 10,000 ਮੁਸਲਮਾਨਾਂ ਨੂੰ ਇੱਕ ਦਿਨ ਦੇ ਵਿੱਚ ਇਤਨੀ ਵੱਡੀ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਰ ਮਾਰੀ। ਕਹਿੰਦੇ ਨੇ ਨਹਿ ਜ਼ੇਬਰ ਨਾਰਨ ਛੂਟਿਓ। ਜਿਹੜੇ ਲੁੱਟ ਖੋਹ ਦੀ ਭਾਵਨਾ ਨਾਲ ਕੁਝ ਲੋਕ ਆਏ ਸੀ, ਸਾਰੇ ਤੇ ਵੀ ਏਡੇ ਉੱਚੇ ਸੁੱਚੇ ਜੀਵਨ ਵਾਲੇ ਹੁੰਦੇ ਨਹੀਂ, ਸਾਰਿਆਂ ਦੇ ਅੰਦਰ ਤੇ ਏਡਾ ਸਬਰ ਸੰਤੋਖ ਹੁੰਦਾ ਨਹੀਂ, ਸਾਰੇ ਤੇ ਏਡੇ ਇਮਾਨਦਾਰ ਵੀ ਨਹੀਂ ਹੁੰਦੇ, ਤੇ ਸਾਰੇ ਇਸ ਤਰ੍ਹਾਂ ਦੀ ਉੱਚੀ ਸੋਚ ਦੇ ਧਾਰਨੀ ਨਹੀਂ ਹੁੰਦੇ। ਪਰ ਇਸ ਮਾਰ ਦੇ ਵਿੱਚ ਕਹਿੰਦੇ ਇਸਤਰੀਆਂ ਦੇ ਗਹਿਣੇ ਤੱਕ ਵੀ ਕੁਝ ਉਹਨਾਂ ਨੇ ਜਿਹੜੇ ਇਸ ਤਰ੍ਹਾਂ ਦੀ ਭਾਵਨਾ ਵਾਲੇ ਸੀ, ਕਿਉਂਕਿ ਹੁਣ ਉਹਨਾਂ ਕੋਲੇ ਤਾਕਤ ਹੈ। ਤੇ ਜਦੋਂ ਬੰਦੇ ਕੋਲੇ ਤਾਕਤ ਆ ਜਾਏ, ਕਈ ਵਾਰੀ ਉਹ ਤਾਕਤ ਦੀ ਦੁਰਵਰਤੋਂ ਵੀ ਕਰਦਾ। ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਨਹੀਂ ਆਖਿਆ ਵੀ ਕਿਸੇ ਔਰਤ ਦੀ ਬੇਪਤੀ ਕੀਤੀ ਜਾਏ, ਸਿੱਖ ਕਿਸੇ ਔਰਤ ਦੀ ਬੇਪਤੀ ਨਹੀਂ ਕਰਦਾ, ਪਰ ਐਸਾ ਇੱਥੇ ਜਦੋਂ ਉਹਨਾਂ ਨੇ ਜਿਹੜੇ ਜ਼ੁਲਮ ਢਾਹੇ ਸੀ ਉਹ ਯਾਦ ਆਏ ਨੇ ਤੇ ਗੁੱਸਾ ਬਹੁਤ ਹੈ, ਤੇ ਇਸ ਕਰਕੇ ਉਹਨਾਂ ਨੂੰ ਮਾਰਾਂ ਪੈ ਰਹੀਆਂ। ਉਹਦੇ ਵਿੱਚ ਇਸ ਤਰ੍ਹਾਂ ਦਾ ਹੋਣਾ ਸੁਭਾਵਿਕ ਹੈਗਾ ਹੈ। ਜੋ ਤਾਂ ਪਾਲ ਕੀ ਬਾਈ ਨਿਕਸਤੀ ਤਬ ਅਧਿਕਾਈ। ਜਿਹੜੀਆਂ ਉਹਨਾਂ ਮੁਸਲਮਾਨਾਂ ਦੀਆਂ ਔਰਤਾਂ ਜਿਹੜੀਆਂ ਪਾਲਕੀਆਂ ਦੇ ਵਿੱਚ ਇੱਧਰ ਉੱਧਰ ਜਾਂਦੀਆਂ ਸੀ, ਪਾਲਕੀਆਂ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਨੇ ਕਦੇ ਜ਼ਮੀਨ ਤੇ ਪੈਰ ਨਹੀਂ ਸੀ ਲਾਇਆ, ਉਹ ਵੀ ਨਹੀਂ ਬਖਸ਼ੀਆਂ ਗਈਆਂ, ਜਿਸ ਤਰ੍ਹਾਂ ਦਾ ਭਾਈ ਸਾਹਿਬ ਲਿਖਦੇ ਹਨ। ਸੋਪੀ ਅਮੀਰਨ ਕੇਰੀ ਸਭ ਲੂਟ ਖਾਕ ਮੈਂ ਮੇਰੀ। ਕਹਿੰਦੇ ਸਾਰੀਆਂ ਮਿੱਟੀ ਚ ਮਿਲਾਤੀਆਂ ਇੱਕ ਤਰ੍ਹਾਂ ਦੀ, ਮਤਲਬ ਉਹਨਾਂ ਨੂੰ ਵੀ ਇਸ ਦਾ ਦੁੱਖ ਲੱਗਿਆ, ਇਸ ਦਾ ਉਹਨਾਂ ਨੂੰ ਵੀ ਮਤਲਬ ਸਜ਼ਾ ਇੱਕ ਤਰ੍ਹਾਂ ਦੀ ਮਿਲੀ ਹੈ। ਕਹਿੰਦੇ ਨੇ ਤਬ ਤੈ ਫਿਰ ਸ਼ਹਿਰ ਸਮਾਨਾ ਬਹਿ ਭਾਂਤ ਉਜਾਰ ਮਹਾਨਾ। ਸਮਾਣਾ ਜਿਹੜਾ ਸੀ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਇਉਂ ਕਹਿ ਲਓ ਬਰਬਾਦ ਕਰ ਦਿੱਤਾ। ਲੁੱਟ ਲੈਣਾ ਸ਼ਬਦ ਸ਼ਾਇਦ ਮੈਨੂੰ ਠੀਕ ਨਹੀਂ ਲੱਗ ਰਿਹਾ। ਲੁੱਟ ਲੈਣਾ ਔਰ ਬਰਬਾਦ ਕਰ ਦੇਣ ਦੇ ਵਿੱਚ ਫਰਕ ਹੈ। ਲੁੱਟ ਲੈਣ ਦੇ ਵਿੱਚ ਤਾਂ ਸਿਰਫ ਲੁੱਟ ਖੋਹ ਦੀ ਭਾਵਨਾ ਵੀ ਜਿੰਨਾ ਲੁੱਟਿਆ ਜਾਂਦਾ ਲੁੱਟ ਲੋ,
ਇੱਥੇ ਹੈ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਮੁੱਖ ਹੈ। ਲੁੱਟਿਆ ਗਿਆ, ਕੀ ਹੱਥ ਲੱਗਿਆ, ਉਹ ਸੈਕੰਡ ਨੰਬਰ ਤੇ ਆ ਜਾਂਦਾ ਹੈ। ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਇਤਨਾ ਰੋਹ ਹੈ, ਇਤਨਾ ਜੋਸ਼ ਹੈਗਾ ਹੈ। ਨਹਿਤਾਬ ਫੇਰ ਜੈ ਆਇਓ, ਐਸੋ ਹੱਥ ਬੰਦੇ ਲਾਇਓ। ਬਾਬਾ ਬੰਦਾ ਸਿੰਘ ਬਹਾਦਰ ਨੇ ਐਸੇ ਹੱਥ ਦਿਖਾਏ ਨੇ, ਤਾਬ ਨਹੀਂ ਆਇਆ ਮੁੜ ਕੇ ਸਮਾਣਾ। ਲਿਖਦੇ ਹਨ, ਏਤਕ ਤਨ ਸਿੰਘਣ ਲੂਟਿਓ, ਸਭ ਕਾ ਦਲਿੱਦਰ ਟੂਟਿਓ। ਦਲਿੱਦਰ ਦਾ ਅਰਥ ਹੁੰਦਾ ਗਰੀਬੀ, ਦਲਿੱਦਰ ਦਾ ਅਰਥ ਤੰਗੀ ਤੁਰਸ਼ੀ ਵੀ ਹੁੰਦਾ ਹੈ, ਆਰਥਿਕ ਤੌਰ ਤੇ ਜਿਹੜੀ ਘਾਟ ਹੈ। ਕਹਿੰਦੇ ਇੰਨਾ ਹੱਥ ਲੱਗਿਆ ਧਨ ਸਮਾਣੇ ਚੋਂ, ਸਿੰਘਾਂ ਦੇ ਦਲਿੱਦਰ ਹੀ ਨਿਕਲ ਗਏ। ਜਿਹੜੇ ਸਿੰਘਾਂ ਦੇ ਮਤਲਬ ਉਹਨਾਂ ਕੋਲੇ ਕਿਹੜਾ ਕੋਈ ਇੰਨੇ ਧਨ ਪਦਾਰਥ ਸੀਗੇ, ਤੁਸੀਂ ਪਿੱਛੇ ਸੁਣਿਆ ਹੀ ਹੈ। ਕੋਈ ਆਪਣੀਆਂ ਮੱਝਾਂ ਗਾਵਾਂ ਵੇਚ ਕੇ ਆਇਆ, ਕੋਈ ਆਪਣੀ ਜ਼ਮੀਨ ਗਹਿਣੇ, ਕੋਈ ਆਪਣੀ ਘਰ ਵਾਲੀ ਦੇ ਗਹਿਣੇ ਵੇਚ ਕੇ ਆਇਆ, ਤੇ ਇੱਥੋਂ ਇਤਨਾ ਧਨ ਉਹਨਾਂ ਦੇ ਹੱਥ ਲੱਗਿਆ, ਕਿਉਂਕਿ ਇੱਥੇ ਸਾਰੇ ਹੀ ਰਈਸ ਮੁਸਲਮਾਨ ਸੀਗੇ। ਜਿਨ੍ਹਾਂ ਨੇ ਸ਼ਾਸਲ ਵੇਗ ਤੇ ਵਾਸ਼ਲ ਵੇਗ ਨੇ ਸਾਹਿਬਜ਼ਾਦਿਆਂ ਦੇ ਕਤਲ ਕੀਤੇ ਨੇ, ਉਹਨਾਂ ਨੂੰ ਕਿਤੇ ਨਾਮ ਨਹੀਂ ਮਿਲੇ ਹੋਣੇ। ਉਹਨਾਂ ਨੂੰ ਸਰਕਾਰਾਂ ਨੇ ਕਿੱਡੇ ਕਿੱਡੇ ਨਾਮ ਦਿੱਤੇ ਹੋਣਗੇ। ਜਿਹੜੇ ਜ਼ਲਾਦ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਲਮ ਕੀਤਾ ਹੈ, ਉਹਨੂੰ ਕਿੱਡੇ ਨਾਮ ਦਿੱਤੇ ਹੋਣਗੇ। ਤੇ ਇੱਥੇ ਰਈਸ ਮੁਸਲਮਾਨ ਨੇ, ਵੱਡੇ ਅਮੀਰ ਸੀਗੇ, ਤੇ ਖਾਲਸੇ ਦੇ ਹੱਥ ਚੰਗਾ ਚੋਖਾ ਖਜ਼ਾਨਾ ਲੱਗਿਆ ਹੈ। ਦਿਨ ਤੀਨ ਲੂਟ ਤੈ ਮਾਚੀ, ਨਾ ਦੌਲਤ ਕਿਸ ਟਿਕ ਬਾਚੀ। 3 ਦਿਨ ਤੱਕ ਭਾਈ ਸਾਹਿਬ ਲਿਖਦੇ ਨੇ, ਖਾਲਸੇ ਨੇ ਐਸੀ ਲੁੱਟ ਮਚਾਈ ਹੈ, ਐਸਾ ਜਿਹੜਾ ਉਹਨਾਂ ਨੂੰ ਸਜ਼ਾ ਦਿੱਤੀ ਹੈ। ਲੁੱਥਣ ਪਰ ਲੁੱਥ ਚੜਾਈ, ਬੀਥਣ ਮੈਂ ਮਾਰ ਮਚਾਈ। ਗਲੀਆਂ ਭਰ ਗਈਆਂ ਲੋਥਾਂ ਨਾਲ, ਲੋਥਾਂ ਇਤਨੀਆਂ ਹੋ ਗਈਆਂ। ਕਹਿੰਦੇ ਲੋਥਾਂ ਤੇ ਲੋਥਾਂ ਪਈਆਂ ਨੇ, ਭਰੀਆਂ ਪਈਆਂ ਨੇ ਗਲੀਆਂ ਜਿਹੜੀਆਂ ਨੇ ਮਤਲਬ ਨਾਲੀਆਂ, ਉਹਨਾਂ ਦੇ ਵਿੱਚੋਂ ਖੂਨ ਵਹਿ ਰਿਹਾ ਹੈ। ਸਭ ਭਾਗ ਗਈ ਤੁਰਕਾਨੀ, ਤਦ ਸ਼ਹਿਰ ਕਹਿਰ ਡਰ ਮਾਨੀ। ਇਹ ਜਿਹੜਾ ਕਹਿਰ ਟੁੱਟਿਆ ਨਾ, ਇਹਨੂੰ ਵੇਖ ਕੇ ਬਹੁਤ ਸਾਰੇ ਤੁਰਕਾਣੀਆਂ ਭੱਜਣ ਲੱਗੇ ਜੀ। ਸੈਦਾਨੀ ਤੇ ਮੁਗਲਾਨੀ, ਸੇਖਾਨੀ ਔਰ ਪਠਾਨੀ। ਸੈਦਾਨੀ ਦਾ ਅਰਥ ਹੁੰਦਾ ਸੈਯਦਾਂ ਦੀਆਂ ਇਸਤਰੀਆਂ, ਜਿਹੜੀਆਂ ਨੇ ਸੈਯਦਾਂ ਦੀਆਂ ਜਿਹੜੀਆਂ ਇਸਤਰੀਆਂ ਸੀ, ਮੁਗਲਾਣੀਆਂ ਸੀ, ਸੇਖਾਂ ਦੀਆਂ ਸੇਖਾਣੀਆਂ, ਔਰ ਪਠਾਣਾਂ ਦੀਆਂ ਪਠਾਣੀਆਂ ਜੀ। ਜਿਨ ਦੁਤੀ ਪਰਖ ਨਹਿ ਦੇਖਾ, ਪੜਦੇ ਮੈਂ ਪਲੀ ਵਸੇਖਾ। ਉਹ ਔਰਤਾਂ ਜਿਹੜੀਆਂ ਸੇਖ ਕੋਈ ਆਮ ਬੰਦੇ ਨਹੀਂ, ਸੇਖਾਂ ਦੀਆਂ ਸੇਖਾਣੀਆਂ, ਇਹਨਾਂ ਵੱਲ ਕੋਈ ਵੇਖ ਵੀ ਨਹੀਂ ਸਕਦਾ। ਪਠਾਣਾਂ ਦੀਆਂ ਪਠਾਣੀਆਂ, ਇਹ ਉਹ ਇਸਤਰੀਆਂ ਔਰਤਾਂ ਨੇ ਜਿਹੜੀਆਂ ਪਰਦਿਆਂ 'ਚ ਪਲਦੀਆਂ ਨੇ। ਜਿਵੇਂ ਵੱਡੇ ਘਰਾਂ ਦੀਆਂ ਆਪਾਂ ਕਹਿ ਲਓ, ਜਿਹੜੇ ਪਰਦਿਆਂ 'ਚ ਪਲਦੀਆਂ ਨੇ, ਜਿਨ੍ਹਾਂ ਦੇ ਖਾਸ ਧਿਆਨ ਰੱਖੇ ਜਾਂਦੇ ਨੇ, ਜਿਹੜੀਆਂ ਆਮ ਬਾਜ਼ਾਰਾਂ 'ਚ ਨਹੀਂ, ਜਿਨ੍ਹਾਂ ਤੱਕ ਆਮ ਮਨੁੱਖ ਪਹੁੰਚ ਨਹੀਂ ਸਕਦਾ, ਆਮ ਦੇਖ ਵੀ ਨਹੀਂ ਸਕਦਾ ਜਿਨ੍ਹਾਂ ਨੂੰ। ਇਹ ਬੜਾ ਪਰਦੇ ਦੀ ਗੱਲ, ਇਸਲਾਮ ਦੇ ਵਿੱਚ ਕੁਝ ਖਾਸ ਹੈ ਇਸ ਤਰ੍ਹਾਂ ਦਾ। ਇਸ ਕਰਕੇ ਕਹਿੰਦੇ ਉਹ ਇਸਤਰੀਆਂ, ਉਹ ਔਰਤਾਂ ਜਿਨ ਦੁਤੀ ਪੁਰਖ ਨਹੀਂ ਦੇਖਾ, ਜਿਹੜੀਆਂ ਪਰਦੇ 'ਚ ਰਹਿੰਦੀਆਂ ਸੀ, ਦੂਜੇ ਪੁਰਖ ਦੇਖੇ ਵੀ ਨਹੀਂ ਕਦੇ ਕਿਸੇ ਨੇ। ਨਾ ਕੋਈ ਪੁਰਖ ਉਹਨਾਂ ਨੂੰ ਦੇਖ ਸਕਦਾ ਸੀ, ਨਾ ਉਹ ਪੁਰਖਾਂ ਨੂੰ ਦੇਖ ਸਕਦੀਆਂ ਸੀ। ਮੈਨੂੰ ਮਾਫੀ ਦੇਣੀ, ਇਸਲਾਮ ਦੇ ਵਿੱਚ ਔਰਤ ਨੂੰ ਇਤਨੀ ਆਜ਼ਾਦੀ ਵੀ ਨਹੀਂ ਹੈ। ਉਹ ਪਰਦੇ 'ਚ ਰਹਿੰਦੀ ਹੈ, ਤੁਸੀਂ ਸਾਰੇ ਜਾਣਦੇ ਹੋ। ਅੱਜ ਵੀ ਭਾਵੇਂ ਉਹ ਪਰਦੇ ਦੀ ਰਸਮ ਦੇ ਖਿਲਾਫ ਕੋਰਟ ਕੇਸ ਚੱਲਦੇ ਨੇ, ਕਈ ਦੇਸ਼ਾਂ ਦੇ ਵਿੱਚ ਤੇ ਬੈਨ ਲੱਗ ਗਿਆ, ਕਈ ਕੰਟਰੀਆਂ ਦੇ ਵਿੱਚ ਇਸ ਪਰਦੇ ਤੇ ਬੈਨ ਹੈਗਾ, ਪਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਔਰਤ ਪਰਦੇ 'ਚ ਰਹਿੰਦੀ ਹੈ। ਬਸ ਉਹਦੀਆਂ ਕੱਲੀਆਂ ਅੱਖਾਂ ਨੰਗੀਆਂ ਹੋਣਗੀਆਂ, ਸਿਰਫ ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੁਝ ਵੀ ਨਜ਼ਰ ਨਹੀਂ ਆਏਗਾ। ਐਸਾ ਉਹ ਕਹਿੰਦੇ ਵੀ ਇਹ ਜਿਹੜੀ ਇਸਤਰੀ ਹੈ ਪਰਦੇ 'ਚ ਰਹਿਣਾ ਰੱਖਣੀ ਚਾਹੀਦੀ ਹੈ, ਉਹਨਾਂ ਦੀ ਐਸੀ ਮਾਨਤਾ। ਗੁਰਮਤ ਦਾ ਕੁਝ ਹੋਰ ਨਜ਼ਰੀਆ। ਚਲੋ, ਜਾਣੀ ਕਿ ਜਿਹੜੀਆਂ ਨੂੰ ਕੋਈ ਦੇਖ ਨਹੀਂ ਸੀ ਸਕਦਾ, ਜਿਹੜੀਆਂ ਕਿਸੇ ਨੂੰ ਨਹੀਂ ਸੀ ਵੇਖ ਸਕਦੀਆਂ, ਉਹ ਸੈਦਾਨੀਆਂ, ਮੁਗਲਾਣੀਆਂ, ਸੇਖਾਣੀਆਂ, ਪਠਾਣੀਆਂ। ਪੜਦੇ ਮੈਂ ਪਲੀ ਵਸੇਖਾ, ਪੱਗ ਧਰ ਪਰ ਕभी ਨਾ ਲਾਇਓ। ਜਿਨ੍ਹਾਂ ਨੇ ਕਦੇ ਜ਼ਮੀਨ ਤੇ ਪੈਰ ਧਰ ਕੇ ਨਹੀਂ ਸੀ ਵੇਖਿਆ, ਜਿਨ੍ਹਾਂ ਨੇ ਕਦੇ ਭੂੰਜੇ ਪੈਰ ਲਾ ਕੇ ਨਹੀਂ ਸੀ ਵੇਖਿਆ। ਗਾ ਦੇਲਾ ਪਲੰਗ ਹਟਾਇਓ, ਜਿਹੜੀਆਂ ਗਦੈਲਿਆਂ ਤੇ ਪਲੀਆਂ, ਪਲੰਗਾਂ ਤੇ ਪਲੀਆਂ, ਮਖਮਲੀ ਸੇਜਾਂ ਤੇ ਰਹੀਆਂ ਜੀ। ਤਣ ਫੁੱਲ ਗੁਲਾਬ ਸਮਾਨਾ, ਅਤ ਕੋਮਲ ਕੰਜ ਮਹਾਨਾ। ਕਹਿੰਦੇ ਜਿਨ੍ਹਾਂ ਦੇ ਗੁਲਾਬ ਦੇ ਫੁੱਲ ਵਰਗੇ ਮਤਲਬ ਸਰੀਰ ਸੀਗੇ। ਦੱਸ ਰਹੇ ਨੇ ਵੀ ਕਿੰਨੀਆਂ ਅਮੀਰ। ਅਤ ਕੋਮਲ ਕੰਜ ਮਹਾਨ ਹੈ, ਕਮਲ ਵਰਗੀਆਂ ਕੋਮਲ ਇਸਤਰੀਆਂ ਤੋਂ ਲਿਖਦੇ ਹਨ। ਨਿਜ ਕਰ ਦਰ ਲੋ ਨਹਿ ਚਾਲੀ, ਵੈ ਭਾਗੀ ਜਾਤ ਨਰਾਲੀ। ਜਿਹੜੀਆਂ ਆਪਣੇ ਘਰ ਦੇ ਬੂਹੇ ਤੱਕ ਵੀ ਨਹੀਂ ਸੀ ਕਦੇ ਆਈਆਂ, ਅੰਦਰ ਹੀ, ਜਿਨ੍ਹਾਂ ਦੇ ਖਾਸ ਖਿਆਲ ਰੱਖੇ ਜਾਂਦੇ ਸੀ, ਖਾਸ ਤਰ੍ਹਾਂ ਦਾ ਜਿਨ੍ਹਾਂ ਦਾ ਪਾਲਣ ਪੋਸ਼ਣ ਹੈਗਾ ਜੀ। ਪੱਗ ਸਿਰ ਤੈ ਨੰਗੀ ਜੈ ਹੈ, ਨਿਜ ਜਾਨ ਬਚਾਣ ਹਿਤੈ ਹੈ। ਅੱਜ ਉਹਨਾਂ ਨੂੰ ਜਾਨ ਦੀ ਫਿਕਰ ਪਈ ਹੋਈ ਹੈ।
ਅੱਜ ਉਹਨਾਂ ਨੂੰ ਜਾਨ ਦੀ ਚਿੰਤਾ ਹੈ, ਜਿਹੜੀਆਂ ਬੂਹੇ ਤੱਕ ਨਹੀਂ ਸੀ ਗਈਆਂ ਕਦੇ, ਜ਼ਮੀਨ ਤੇ ਪੈਰ ਤੱਕ ਨਹੀਂ ਸੀ ਲਾਇਆ, ਗੁਲਾਬ ਦੇ ਫੁੱਲ ਵਰਗੀਆਂ ਕੋਮਲ ਉਹ ਇਸਤਰੀਆਂ, ਕਹਿੰਦੇ ਪੱਗ ਸਿਰ ਤੇ ਨੰਗੀ ਜੇ ਹਜ ਪੈਰਾਂ 'ਚ ਜੁੱਤੀਆਂ ਨਹੀਂ, ਸਿਰ ਤੇ ਚੁੰਨੀਆਂ ਕੋਈ ਕੱਪੜਾ ਨਹੀਂ, ਨਿਜ ਜਾਨ ਬਚਾਇਨ ਹੈ ਤੈ ਹੈ। ਅੱਜ ਸਿਰਫ ਤੇ ਸਿਰਫ ਆਪਣੀ ਜਾਨ ਦਾ ਫਿਕਰ ਹੈਗਾ ਵੀ ਸਾਡੀ ਜਾਨ ਬਚ ਜਾਵੇ ਜੀ। ਇਕੱਲੀ ਬਣ ਮੈਂ ਬਿਲ ਲਾਤੀ ਨੇ ਥੋੜੀ ਦੂਰੀ ਜਾਤੀ। ਇੱਧਰ ਉੱਧਰ ਦੌੜ ਰਹੀਆਂ ਨੇ, ਭੱਜ ਨੱਠ ਕਰ ਰਹੀਆਂ ਨੇ, ਜਾਨ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਜੋ ਹਲ ਹਲ ਡੋਰੀ ਲਾਗੈ ਤਿਉ ਚੌਂਕ ਚੌਂਕ ਸੋ ਭਾਗੈ। ਤਰਬਕ ਕੇ ਉੱਠਦੀਆਂ ਨੇ, ਡਰ ਡਰ ਕੇ ਉੱਠਦੀਆਂ ਨੇ, ਹੌਲ ਪੈਂਦੇ ਹਨ। ਕਹਿ ਮਾਰੋ ਵੇ ਭਾਈ ਜੋ ਚਿਹੋ ਸੋ ਲਿਹੋ ਮਨਾਈ। ਹੱਥ ਜੋੜ ਜੋੜ ਕੇ ਕਹਿੰਦੀਆਂ ਨੇ, ਜਦੋਂ ਖਾਲਸੇ ਟੁੱਟ ਕੇ ਪੈ ਗਏ ਨਾ ਸਮਾਣੇ ਦੇ ਉੱਪਰ, ਹੱਥ ਉਹਨਾਂ ਦੇ ਪਤੀ ਝਟਕਾ ਤੇ, ਜਿਹੜੇ ਬੜੇ ਬੜੇ ਕਹਾਉਂਦੇ ਸੀ ਆਪਣੇ ਆਪ ਨੂੰ, ਸਭ ਦੇ ਮੋਰਚੇ ਫਤਿਹ ਕਰਤੇ, ਸਭਨਾਂ ਨੂੰ ਅਗਲੇ ਜਹਾਨ ਚ ਭੇਜਤਾ, 10,000 ਮੁਸਲਮਾਨ ਵੱਢ ਕੇ ਸਿੱਟਤਾ। ਤੇ ਜਿਹੜੀਆਂ ਇਹ ਪਠਾਣੀਆਂ ਸੀ, ਸਖਾਣੀਆਂ ਸੀ, ਮੁਗਲਾਣੀਆਂ ਸੀ, ਜਿਨ੍ਹਾਂ ਨੇ ਕਦੇ ਕਿਸੇ ਨੂੰ ਵੇਖਿਆ ਤੱਕ ਨਹੀਂ ਸੀ, ਖਾਲਸਿਆਂ ਦੇ ਪਹਿਲੇ ਵਾਰੀ ਦਰਸ਼ਨ ਹੋ ਰਹੇ ਨੇ ਵੀ ਆਹ ਕੌਣ ਨੇ। ਤੇ ਭਾਈ ਸਾਹਿਬ ਕਹਿੰਦੇ ਨੇ ਉਹਨਾਂ ਦੇ ਅੱਗੇ ਹੱਥ ਜੋੜ ਜੋੜ ਕੇ ਖੜਦੀਆਂ ਨੇ, ਪਤਾ ਕੀ ਕਹਿੰਦੀਆਂ ਨੇ, ਕਹਿ ਨਹਿ ਮਾਰੋ ਬੇ ਭਾਈ, ਬੇ ਭਾਈਓ ਨਾ ਮਾਰੋ, ਜੋ ਚਾਹੋ ਸੋ ਲਿਹੋ ਮਨਾਈ, ਜਿਵੇਂ ਚਾਹੋ ਕਰ ਲੋ ਸਾਡੇ ਨਾਲ, ਜੋ ਚਾਹੋ ਲੁੱਟ ਲੋ ਖੋ ਲੋ, ਜਿਵੇਂ ਬਸ ਸਾਡੀ ਜਾਨ ਬਖਸ਼ੀ ਕਰ ਦਿਓ। ਜਾਨ ਦੀ ਭੀਖ ਮੰਗਦੀਆਂ ਹਨ। ਵਹਿ ਜਾਣਤ ਸਿੰਘ ਹੀ ਮਾਰੈ ਧਰ ਗਿਰਹਿ ਖਾਏ ਤਵਾਰਾ। ਪਰ ਸਿੱਖਾਂ ਦਾ ਕੋਈ ਮਕਸਦ ਇੱਜ਼ਤਾਂ ਲੁੱਟਣਾ ਥੋੜਾ ਸੀ, ਮੈਂ ਪਹਿਲੇ ਬੇਨਤੀ ਕੀਤੀ ਹੈ। ਬਿਲਕੁਲ ਸਿੱਖ ਐਸਾ ਨਹੀਂ ਕਰਦਾ। ਇਹ ਤਾਂ ਸਾਡੇ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਜਿਵੇਂ ਦੀਵਾਰਾਂ 'ਚ ਖੜੇ ਕਰਕੇ ਚਿਣਿਆ, ਸਾਡੇ ਗੁਰੂ ਤੇਗ ਬਹਾਦਰ ਦਾ ਚਾਂਦਨੀ ਚੌਂਕ ਦੇ ਵਿੱਚ ਸੀਸ ਕਲਮ ਕੀਤਾ, ਉਹ ਰੋਹ ਹੈ ਪੰਥ ਦੇ ਅੰਦਰ, ਉਹ ਗੁੱਸਾ ਇੱਕ ਮਨ ਦੇ ਅੰਦਰ। ਇਸ ਕਰਕੇ ਇਹ ਬੜ ਟੁੱਕ ਹੈ। ਇਸਤਰੀਆਂ ਦੀ ਬੇਪਤੀ ਦਾ ਜ਼ਿਕਰ ਨਹੀਂ ਆ ਰਿਹਾ। ਕਹੇ ਬੈ ਜਾਨਤ ਸਿੰਘ ਹੀ ਮਾਰੈ, ਪਰ ਸਿੰਘਾਂ ਨੂੰ ਇੰਨਾ ਜੋਸ਼ ਚੜਿਆ ਹੋਇਆ, ਬਸ ਫਤਿਹ ਕਰੀ ਜਾ ਰਹੇ ਨੇ ਸਾਰਾ ਕੁਝ। ਧਰ ਗਿਰਹਿ ਖਾਏ ਤਵਾਰੇ, ਪੁਆਟਣੀਆਂ ਖਾ ਖਾ ਕੇ ਜ਼ਮੀਨ ਤੇ ਸੁੱਟਦੇ ਹਨ। ਸਸ ਬਦਨੇ ਰਤ ਮਦ ਕਦਨੀ ਸੋ ਅਦਨੀ ਭਈ ਬੇਹਦਨੀ। ਦੇਖੋ ਭਾਈ ਸਾਹਿਬ ਦਾ ਆਪਣਾ ਤਰੀਕਾ, ਕਵੀਆਂ ਦੀ ਇਹ ਕਾਬੋਡਾਰੀ ਹੁੰਦੀ ਹੈ। ਸਾਨੂੰ ਥੋੜੀ ਜਿਹੀ ਵਿਆਖਿਆ ਕਰਨ ਦੇ ਵਿੱਚ ਮੁਸ਼ਕਲ ਜ਼ਰੂਰ ਆਉਂਦੀ ਹੈ, ਸੁਣਨ ਵਾਲੇ ਕਈ ਵਾਰੀ ਕਾਲੇ ਪੈ ਜਾਂਦੇ ਨੇ, ਪਰ ਇਹ ਕਵੀਆਂ ਦਾ ਸੁਭਾਅ ਹੁੰਦਾ ਹੈ। ਕਵੀਆਂ ਨੂੰ ਕੁਦਰਤ ਨੇ ਇਸ ਤਰ੍ਹਾਂ ਦੀ ਉਹਨਾਂ ਦੀ ਸੋਚ ਬਣਾਈ ਹੁੰਦੀ ਹੈ, ਉਹ ਜਿਸ ਚੀਜ਼ ਨੂੰ ਜਾਂਦੇ ਨੇ ਫਿਰ ਐਨ ਬਰੀਕੀ ਚਲੇ ਜਾਂਦੇ ਨੇ। ਕਹਿੰਦੇ ਨੇ ਮ੍ਰਿਗ ਨੈਣੀ ਸੁੱਠ ਪਿਕ ਵੈਨੀ। ਦੇਖੋ ਕਹਿੰਦੇ ਹਰਨਾਂ ਵਰਗੇ ਨੇਤਰਾਂ ਵਾਲੀਆਂ ਸੁੰਦਰ ਤੇ ਕੋਇਲ ਦੇ ਬੋਲਾਂ ਵਰਗੀਆਂ ਸੋਹਣੇ ਬੋਲ ਬੋਲਣ ਵਰਗੀਆਂ ਉਹ ਗਜ ਗਾਮਨ ਭਾਮਨ ਐਨੀ, ਜਿਨ੍ਹਾਂ ਦੇ ਗਜ ਗਜ ਲੰਮੇ ਭਾਰੇ ਕੇਸ ਹੈਗੇ ਜੀ। ਭਾਰਣ ਕੇ ਭਾਰਣ ਤੈ ਲੱਕ ਲਚਕ ਲਚਕ ਬਲ ਖਹਿ। ਔਰ ਉਹ ਜਿਹੜੀਆਂ ਸਰੀਰਕ ਤੌਰ ਤੇ ਸੋਹਣੀਆਂ ਨੇ, ਜਿਨ੍ਹਾਂ ਦੇ ਤੁਰਦਿਆਂ ਕਈ ਕਈ ਵਲ ਪੈਂਦੇ ਹਨ। ਜੋ ਮਹਿਰੀ ਦਹਿਰੀ ਚੜਤੀ ਤੁਹਰੀ ਹੈ ਚਿਹਰੀ ਘੜਤੀ। ਉਹ ਇਸਤਰੀਆਂ ਭਾਈ ਸਾਹਿਬ ਲਿਖਦੇ ਨੇ ਜਿਨ੍ਹਾਂ ਦੀ ਰੌਣਕ, ਜਿਨ੍ਹਾਂ ਦੇ ਚਿਹਰਿਆਂ ਤੇ ਹੁਸਨ ਹੈ, ਚਿਹਰੇ ਦਗਦਾ ਕਰਦੇ ਨੇ। ਨਬ ਜੋਬਨ ਸੋਬਨ ਜੋਬਨ ਰੋਬਨ ਸੰਗ ਹੋਬਨ ਕੋਬਨ। ਭਾਈ ਸਾਹਿਬ ਕਹਿੰਦੇ ਨਵੀਂ ਜਵਾਨੀ ਵਾਲੀਆਂ ਉਹ ਔਰਤਾਂ ਰੋਣ ਸਵੇ ਵੱਡੇ ਵੱਡੇ ਮਤਲਬ ਧਾਹਾਂ ਮਾਰਦੀਆਂ ਨੇ ਇੱਕ ਤਰ੍ਹਾਂ ਦੀਆਂ, ਰੋ ਰੋ ਕੇ ਕਹਿ ਰਹੀਆਂ ਹਨ। ਰੰਬਾ ਸੀ 30,000 ਏਕਲ ਜੋ ਫਿਰਤਿ ਉਜਾਰੈ। ਰੰਬਾ ਸੁਰਗ ਦੀਆਂ ਅਪਛਰਾਂ ਦੇ ਵਿੱਚੋਂ ਇੱਕ ਅਪਛਰਾ ਦਾ ਨਾਮ ਹੈ ਰੰਬਾ। ਇਹਦਾ ਬਹੁਤ ਨਾਮ ਥਾਵਾਂ ਤੇ ਜ਼ਿਕਰ ਆਉਂਦਾ, ਮਤਲਬ ਉਹਦੇ ਵਰਗੀਆਂ ਸੁੰਦਰ ਸਮਾਰਟ ਔਰਤਾਂ ਕਹਿੰਦੇ ਇਕੱਲੀਆਂ ਹੀ ਫਿਰਦੀਆਂ ਨੇ, ਟੱਕਰਾਂ ਮਾਰਦੀਆਂ, ਕੰਧਾਂ 'ਚ ਸਿਰ ਮਾਰਦੀਆਂ ਫਿਰਦੀਆਂ ਨੇ, ਮਤਲਬ ਕੁਝ ਦਿਸੇ ਨਹੀਂ ਰਿਹਾ, ਨਿਰੀ ਮੌਤ ਸਾਹਮਣੇ ਖੜੀ ਹੈ। ਖਾਲਸਿਆਂ ਦੇ ਅੱਗੇ ਜਾਨ ਦੀ ਭੀਖ ਮੰਗ ਰਹੀਆਂ ਹਨ। ਜੋ ਬਾਸਮਤੀ ਨਿਤ ਖਾਤੀ ਵੈ ਬੇਰੀ ਬੇਰ ਨਾ ਪਾਤੀ। ਭਾਈ ਸਾਹਿਬ ਕਹਿੰਦੇ ਉਹ ਇਸਤਰੀਆਂ ਔਰਤਾਂ ਜਿਹੜੀਆਂ ਬਾਸਮਤੀ ਖਾਸ ਕਿਸਮ ਦੇ ਚੌਲ ਖਾਂਦੀਆਂ ਨੇ, ਜਿਨ੍ਹਾਂ ਦੇ ਖਾਸ ਤਰ੍ਹਾਂ ਦੇ ਖਾਣੇ ਨੇ, ਕਹਿੰਦੇ ਬਹਿ ਬੇਰੀ ਬੇਰ ਨਾ ਪਾਤੀ। ਅੱਜ ਉਹਨਾਂ ਨੂੰ ਕੁਝ ਵੀ ਨਹੀਂ ਮਿਲ ਰਿਹਾ ਜੀ। ਇਹੋ ਹਾਲ ਸਭਨ ਸਿਰ ਬੀਤਾ ਨੈ ਸੰਗ ਕੋ ਲੈਣ ਲੀਤਾ। ਸਾਰੇ ਸਮਾਣੇ ਦੀ ਇਹ ਹਾਲਤ ਹੈ, ਸਾਰੇ ਸਮਾਣੇ ਦੇ ਵਿੱਚ ਇਸ ਤਰ੍ਹਾਂ ਦਾ ਕਹਿਰ ਟੁੱਟਿਆ ਹੈ। ਨਹਿ ਮਾਤੈ ਪੂਤ ਗਹਾਇਓ ਤੀਆਂ ਨਹਿ ਪੀਆ ਜਗਾਇਓ। ਐਡੇ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਬਿਜਲੀ ਦੀ ਤਰ੍ਹਾਂ ਅਟੈਕ ਬੋਲਿਆ ਸੀ। ਐਡੀ ਪਲਾਨਿੰਗ ਸੀ ਤਕੜੀ ਉਹਨਾਂ ਦੀ, ਐਡੀ ਬਿਉਂਤਬੰਦੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ, ਪਤਾ ਹੀ ਨਹੀਂ ਲੱਗਣ ਦਿੱਤਾ ਸਮਾਣੇ ਨੂੰ ਕਦੋਂ ਆ ਕੇ ਦੱਬ ਲਿਆ। ਗਿਆਨੀ ਜੀ ਕੀ ਕਹਿੰਦੇ? ਕਹਿੰਦੇ ਨੇ ਨਹਿ ਮਾਤਾ ਪੂਤ ਗਹਾਇਓ, ਮਾਤਾ ਪੁੱਤਰ ਨੂੰ ਸੰਭਾਲ ਨਹੀਂ ਸਕੀ, ਮੌਕਾ ਹੀ ਨਹੀਂ ਮਿਲਿਆ।
ਤੀਆ ਨਹਿ ਪੀਆ ਜਗਾਇਓ, ਪਤਨੀਆਂ ਨੇ ਨਾਲ ਪੈ ਪਤੀਆਂ ਨੂੰ ਨਹੀਂ ਜਗਾਉਣ ਦਾ ਸਮਾਂ ਮਿਲਿਆ ਉਹਨਾਂ ਨੂੰ, ਨਾਲ ਪੈ ਪਤੀਆਂ ਨੂੰ ਜਗਾਉਣ ਦਾ ਸਮਾਂ ਨਹੀਂ ਮਿਲਿਆ। ਅੱਖ ਚਮਕਣ ਜਿਤਨੇ ਸਮੇਂ 'ਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਆ ਕੇ ਜਿਵੇਂ ਘੇਰਿਆ, ਜਿਵੇਂ ਕੱਟਵੱਡ ਸ਼ੁਰੂ ਹੋਈ। ਐਸਾ ਗੁਰ ਭਾਣਾ ਵਰਤਾ ਤੁਰਕਣ ਕੀ ਨਿਕਲੀ ਕਰਤਾ। ਕਹਿੰਦੇ ਐਸਾ ਭਾਣਾ ਵਰਤਿਆ, ਕੁਦਰਤ ਦਾ ਖੇਡ। ਕਹਿੰਦੇ ਨੇ ਜਿਹੜੇ ਤੁਰਕ ਵੱਡੇ ਵੱਡੇ ਕਹਿੰਦੇ ਸੀ ਨਾ, ਅੱਜ ਮਤਲਬ ਉਹਨਾਂ ਦੀ ਕੋਈ ਸ਼ਕਤੀ ਸਾਹਮਣੇ ਨਹੀਂ ਆ ਰਹੀ, ਕੋਈ ਸ਼ਕਤੀ ਉਹਨਾਂ ਦੀ ਕੰਮ ਨਹੀਂ ਕਰ ਰਹੀ, ਸਾਰਿਆਂ ਦੇ ਉੱਪਰ ਇਸ ਤਰ੍ਹਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀਆਂ ਫੌਜਾਂ ਨੇ ਕਾਰਵਾਈ ਕੀਤੀ ਹੈ। ਸਭ ਡਰ ਡਰ ਉਠੇ ਉਠ ਭਾਗੈ, ਕੋ ਨਹਿ ਅਰਿਓ ਆਗੈ। ਜਿਵੇਂ ਇੱਕਦਮ ਨਾ ਭੁਚਾਲ ਆ ਜਾਂਦਾ ਹੈ, ਫਿਰ ਬੰਦਾ ਬਸ ਗੇਟ ਖੋਲ ਕੇ ਬਾਹਰ ਨੂੰ ਭੱਜਦਾ, ਉਧਰ ਨੂੰ ਵੀ ਡਰ ਲੱਗਦਾ ਵੀ ਕਿੱਧਰ ਨੂੰ ਭੱਜੀਏ, ਤੇ ਬੌਂਦਲ ਜਾਂਦਾ। ਇਸ ਤਰ੍ਹਾਂ ਦੀ ਗੱਲ ਹੋਈ ਹੈ। ਕਹਿੰਦੇ ਉੱਠ ਕੇ ਬਸ ਇਧਰ ਉਧਰ ਨੂੰ ਲੋਕ ਭੱਜੀ ਜਾ ਰਹੇ ਨੇ। ਕੋਈ ਨਹਿਓ ਅਰੇ ਆਗੇ, ਖਾਲਸੇ ਦੇ ਅੱਗੇ ਨਾ ਕਿਸੇ ਨੂੰ ਅੜਨਾ ਆਉਂਦਾ ਤੇ ਨਾ ਕੋਈ ਅੜ ਸਕਦਾ, ਤੇ ਨਾ ਕਿਸੇ ਨੂੰ ਅੜਨ ਦਾ ਮੌਕਾ ਦਿੱਤਾ। ਜੋ ਹੋਤੇ ਅਮੀਰ ਵਧੇਰੇ ਬੈ ਸਭ ਤੇ ਭਗੇ ਅਗੇਰੇ। ਕਹਿੰਦੇ ਜਿਹੜੇ ਬੜੇ ਅਮੀਰ ਸੀਗੇ ਨਾ, ਜਿਨ੍ਹਾਂ ਨੇ ਕੰਡੇ ਬੀਜੇ ਨੇ, ਜਿਨ੍ਹਾਂ ਨੇ ਆ ਮਾਹੌਲ ਕ੍ਰੀਏਟ ਕੀਤਾ ਹੈ, ਉਹ ਸਭਨਾਂ ਤੋਂ ਪਹਿਲਾਂ ਭੱਜੇ। ਉਹਨਾਂ ਨੂੰ ਸਾਰਿਆਂ ਨੂੰ ਆਪਣੀ ਜਾਨ ਦੀ ਵੱਧ ਪਰਵਾਹ ਹੋਈ। ਜੋ ਹਰਿਓ ਬਿਨ ਦਾਇਰੇ, ਬਹੁ ਕਰੇ ਤੀਆ ਨਰ ਜੀਰੇ। ਕਹਿੰਦੇ ਜਿਹੜੇ ਅੜੇ ਉਹਨਾਂ ਨੂੰ ਮਿੰਟ ਲਾਇਆ ਮਾਰਨ ਨੂੰ। ਭਾਈ ਸਾਹਿਬ ਜੀ ਕਹਿੰਦੇ ਉਹ ਇਸਤਰੀ ਪੁਰਸ਼ ਅਧੀਨ ਕਰ ਲਏ ਗਏ। ਭਾਈ ਸਾਹਿਬ ਜੀ ਇਹ ਲਿਖਦੇ ਨੇ, ਮਤਲਬ ਕੋਈ ਨਹੀਂ ਬਖਸ਼ਿਆ ਗਿਆ, ਇਤਨਾ ਰੋਹ ਖਾਲਸੇ ਨੂੰ ਚੜਿਆ ਹੈ। ਦੈ ਦੈ ਹਥਿਆਰ ਨ ਚੌਕੈ, ਤਨ ਨਿਕਲਾਇਓ ਸਭ ਰੋਕੈ। ਜਿਹੜੇ ਮਾਰੇ ਮੋਟੇ ਇਧਰ ਉਧਰ ਭੱਜ ਰਹੇ ਸੀ, ਚਾਰੇ ਪਾਸਿਆਂ ਤੋਂ ਸਮਾਣਾ ਘੇਰਿਆ ਹੋਇਆ, ਕਿੱਧਰ ਨਿਕਲਣ, ਕਿੱਧਰ ਜਾਣ ਦੀ ਕੋਸ਼ਿਸ਼ ਕਰਦੇ ਨੇ, ਪਰ ਅੱਗਿਓਂ ਫੇਰ ਰਸਤੇ ਬੰਦ ਆ ਮਿਲਦੇ ਹਨ। ਜੋ ਕਬੀ ਨ ਕਿਨੈ ਨਿਹਾਰੀ, ਤੁਰਕਣ ਕੀ ਸੁੰਦਰ ਨਾਰੀ। ਉਹ ਇਸਤਰੀਆਂ ਤੁਰਕਾਂ ਦੀਆਂ, ਉਹਨਾਂ ਤੇ ਵੀ ਕਹਿਰ ਟੁੱਟਿਆ ਹੈ। ਕਰ ਖੁਆਰ ਕੁਮਾਰ ਪੁਨ ਪਾਵੈ, ਧਨ ਦਬਿਓ ਸਭ ਨਿਕਰਾਵੈ। ਯਾਨੀ ਜੀ ਕਹਿੰਦੇ ਨੇ ਨਾ, ਕਰ ਖਵਾਰ ਮਾਰ ਪੁਨ ਪਾਵੈ, ਸਾਰਿਆਂ ਨੂੰ ਮਾਰਦੇ ਨੇ। ਜਿਹੜੇ ਇਹੋ ਜਿਹੇ ਸੀਗੇ ਨਾ, ਜਿਨ੍ਹਾਂ ਨੇ ਸਰਕਾਰਾਂ ਤੋਂ ਇਨਾਮ ਲਏ, ਸਰਕਾਰਾਂ ਤੋਂ ਧਨ ਲਿਆ, ਜਿਵੇਂ ਸਾਹਿਬਜ਼ਾਦਿਆਂ ਦੇ ਕਾਤਲ, ਉਹ ਜਲਾਦ ਗੁਰੂ ਤੇਗ ਬਹਾਦਰ ਜੀ ਦੇ ਕਾਤਲ, ਇਤਿਆਦਿਕ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਸਰਕਾਰਾਂ ਤੋਂ ਧਨ ਲਿਆ ਸੀ। ਖਾਲਸੇ ਕਹਿੰਦੇ ਕਿੱਥੇ ਆ ਵੀ ਉਹ ਧਨ ਕੱਢੋ ਫਟਾਫਟ, ਜਾਨ ਦੀ ਭੀਖ ਮੰਗਦੇ ਨੇ। ਉਹ ਧਨ ਕਿੱਥੇ ਆ ਜਿਹੜਾ ਤੁਸੀਂ ਸਾਹਿਬਜ਼ਾਦਿਆਂ ਨੂੰ ਕਤਲ ਕਰਕੇ ਪ੍ਰਾਪਤ ਕੀਤਾ? ਜ਼ਮੀਨਾਂ 'ਚ ਦੱਬਿਆ ਹੋਇਆ ਉਹ ਧਨ ਵੀ ਕਢਵਾਇਆ। ਲਿਖਦੇ ਨੇ ਗਿਆਨੀ ਜੀ, ਕਹਿੰਦੇ ਕਰ ਖਵਾਰ ਮਾਰ ਪੁਨ ਪਾਵੈ, ਧਨ ਦੱਬਿਓ ਸਭ ਨਿਕਰਾਵੈ, ਆਪ ਹੀ ਕੱਢ ਕੱਢ ਕੇ ਦਿੰਦੇ ਹਨ। ਬੰਦੇ ਨੇ ਸ਼ਤਰਨ ਕੀਰੇ, ਬੱਚੇ ਪੀ ਮਾਰਨ ਬੇਰੇ। ਬੰਦਾ ਸਿੰਘ ਬਹਾਦਰ ਨੇ ਕੋਈ ਨਹੀਂ ਛੱਡਿਆ ਬਈ ਜਿਹੜੇ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਬੇਕਸੂਰ ਬੱਚਿਆਂ ਨੂੰ ਜਿਵੇਂ ਸ਼ਹੀਦ ਕੀਤਾ ਸੀ, ਸਾਰ ਅਗਾਂ ਕੱਟੀਆਂ, ਉਹਨਾਂ ਦੀਆਂ ਪਿੰਜਣੀਆਂ ਸੈਲਤੀਆਂ, ਉਹਨਾਂ ਦੇ ਗੋਡੇ ਗਿੱਟੇ ਸੈਲਤੇ। ਕੋਈ ਤਰਸ ਕੀਤਾ? ਕਸੂਰ ਕੀ ਸੀ? ਕੁਝ ਵੀ ਨਹੀਂ। ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ ਬਸ। ਤੇ ਉਹ ਅੱਜ ਬਾਬਾ, ਤੁਹਾਨੂੰ ਯਾਦ ਹੋਣਾ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਵੈਸੇ ਫਿਲਮਾਂ ਮੈਂ ਵੀ ਨਹੀਂ ਦੇਖੀਆਂ ਕਦੇ, ਪਰ ਸਾਹਿਬਜ਼ਾਦਾ ਜਿਹੜੀ ਦੂਜੀ ਫਿਲਮ ਆਈ ਸੀ ਨਾ ਬਾਬਾ ਬੰਦਾ ਸਿੰਘ ਬਹਾਦਰ ਦੀ, ਉਹ ਆ ਮੋਦੀ ਵਾਲੇ ਨੇ ਜਿਹੜਾ ਨੋਟਬੰਦੀ ਕੀਤੀ ਸੀ ਦੀ ਭੇਟ ਚੜ ਗਈ। ਉਹ ਬਹੁਤੀ ਦੇਖੀ ਦਿਖਾਈ ਨਹੀਂ ਗਈ। ਜੇ ਸਮਾਂ ਮਿਲੇ ਨਾ ਇੱਕ ਵਾਰੀ ਜ਼ਰੂਰ ਦੇਖ ਲਿਓ। ਤੇ ਉਹ ਅੱਜ ਕੱਲ ਸਾਰਿਆਂ ਬੱਚਿਆਂ ਕੋਲੇ ਵੀ ਹੁੰਦੀ ਹੈ, ਮੋਬਾਈਲਾਂ 'ਚ ਹੈਗੀ ਹੈ। ਆਹ ਕਥਾ ਸੁਣਨ ਦਾ ਆਨੰਦ ਆ ਜਾਏਗਾ। ਬੰਦਾ ਸਿੰਘ ਬਹਾਦਰ ਨੇ ਉਹ ਇੱਟ ਨਾ ਜਿਹੜੀ ਦੀਵਾਰਾਂ ਦੇ ਵਿੱਚ ਸਾਹਿਬਜ਼ਾਦੇ ਨੂੰ ਚਿਣੇ ਸੀ, ਇੱਟ ਆਪਣੇ ਗੀਸੇ 'ਚ ਪਾਈ ਹੋਈ ਸੀ ਉਹਨੇ, ਬਸ ਉਹਨੂੰ ਵੇਖ ਲੈਂਦਾ ਸੀ, ਉਹਦੇ ਜਦੀ ਡੋਲੇ ਫਰਕਣ ਲੱਗ ਜਾਂਦੇ ਸੀ, ਅੱਖਾਂ 'ਚ ਖੂਨ ਉਤਰੇ ਆਉਂਦਾ ਸੀ। ਉਹ ਇੱਟ ਉਹਨੇ ਆਪਣੇ ਕੋਲ ਰੱਖੀ ਵੀ ਜਿੰਨਾ ਚਿਰ ਤਬਾਹ ਨਹੀਂ ਕਰ ਦਿੰਦਾ ਉਹਨਾਂ ਚਿਰ ਬੈਠਣਾ ਨਹੀਂ ਹੈ। ਇਸ ਕਰਕੇ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਨੇ, ਜਬ 3 ਦਿਵਸ ਜਉ ਬੀਤੈ, ਤਨ ਮਨ ਭਾਵਤ ਲੁੱਟ ਲੀ, ਤੇ 3 ਦਿਨ ਤੱਕ ਸਮਾਣੇ ਦੇ ਉੱਪਰ ਲੁੱਟ ਮਚਾਈ ਹੈ। ਫਿਰ ਬੰਦੇ ਨੇ ਸਭ ਹਟ ਕੇ, ਸਿੰਘ ਉਤਰੇ ਡੇਰੇ ਠਟ ਕੇ। ਰੋਹ ਹੀ ਇੰਨਾ ਸੀ, ਜੋਸ਼ ਹੀ ਇੰਨਾ ਸੀ। ਜਦੋਂ ਪੰਥ ਜੋਸ਼ ਵਿੱਚ ਆਵੇ, ਇਹ ਤਾਂ ਇੱਕ ਹੜ੍ਹ ਦੀ ਤਰ੍ਹਾਂ ਹੁੰਦਾ। ਹੜ੍ਹ ਦਾ ਪਾਣੀ ਕਿਤੇ ਕਾਬੂ ਹੁੰਦਾ? ਫਿਰ ਜਦੋਂ ਹੜ੍ਹ ਆ ਜਾਏ, ਪਤਾ ਨਹੀਂ ਕੀ ਕੁਝ ਰੋੜ ਕੇ ਲੈ ਜਾਂਦਾ, ਫਿਰ ਦਰਖਤਾਂ ਨੂੰ, ਘਰਾਂ ਨੂੰ, ਫਸਲਾਂ ਨੂੰ ਉਜਾੜ ਕੇ ਲੰਘ ਜਾਂਦਾ। ਇਹ ਹੜ੍ਹ ਦੀ ਤਰ੍ਹਾਂ ਹੈ। ਭਾਈ ਸਾਹਿਬ ਕਹਿੰਦੇ ਨੇ, ਫਿਰ ਬੰਦੇ ਨੇ ਸਭ 3 ਦਿਨਾਂ ਦੀ ਚੰਗੀ ਜਿਹੜੀ ਮਾਰ ਤੋਂ ਬਾਅਦ 10,000 ਤੋਂ ਲੈ ਕੇ 15,000 ਤੱਕ ਹਿਸਟੋਰੀਅਨ ਲਿਖਦੇ ਨੇ ਮੁਸਲਮਾਨਾਂ ਦਾ ਵੱਢ ਦਿੱਤੇ ਗਏ, ਔਰ ਉਹਨਾਂ ਨੂੰ ਉਹਨਾਂ ਦੀ ਕੀਤੇ ਦਾ ਫਲ ਭੁਗਤਾਇਆ ਗਿਆ।
ਤੇ ਭਾਈ ਸਾਹਿਬ ਕਹਿੰਦੇ 3 ਦਿਨਾਂ ਦੀ ਇਸ ਮਾਰ ਧਾੜ ਤੋਂ ਬਾਅਦ ਫਿਰ ਬੰਦੇ ਨੇ ਆਪਣੇ ਸਿੱਖਾਂ ਨੂੰ, ਆਪਣੀ ਫੌਜ ਨੂੰ ਵਰਜਿਆ, ਰੋਕਿਆ, ਮਨਾ ਕੀਤਾ ਹੈ। ਪਰ ਪਿਆਲੇ ਸਿੰਘਣ ਗਟ ਕੇ ਲੰਗਰ ਤਬ ਛਕਿਓ ਡਟ ਕੇ। ਕਹਿੰਦੇ ਤੇ ਹਾਵਲ ਕਰ ਵਰਤਾਏ ਤਨ ਅਨਗਨ ਭੇਟ ਚੜਾਏ ਗੁਰ ਨੌਵੇਂ ਕੇ ਅਸਥਾਨੇ ਜਿਨ ਦੁਤੀ ਜਾਏ ਸਿੰਘਾਨੈ। ਫਿਰ ਇਸ ਜਿੱਤ ਤੋਂ ਬਾਅਦ ਖਾਲਸੇ ਨੇ ਸ਼ੁਕਰ ਕੀਤਾ ਅਕਾਲ ਪੁਰਖ ਦਾ। ਸਮਾਣੇ ਦੇ ਵਿੱਚ ਮੈਂ ਸਮਾਣੇ ਨੂੰ ਅੱਗ ਲਾਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ। ਬਹੁਤ ਤਾਕਤਵਰ ਸੀ ਸਮਾਣਾ, ਕੋਈ ਮਾਮੂਲੀ ਜਿਹਾ ਪਿੰਡ ਨਹੀਂ ਸੀ, ਕੋਈ ਸਧਾਰਨ ਜਿਹਾ ਪਿੰਡ ਨਹੀਂ ਸੀ ਕੋਈ। ਇਸ ਪਿੰਡ ਦੇ ਵਿੱਚ ਸਧਾਰਨ ਲੋਕ ਨਹੀਂ ਸੀ ਰਹਿੰਦੇ। ਮੈਂ ਬਾਰ-ਬਾਰ ਅੱਜ ਕਰ ਰਿਹਾ, ਮੈਂ 3-4 ਵਾਰੀ ਨਾਮ ਲੈਤੇ ਨੇ। ਇੱਥੇ ਵੱਡੇ-ਵੱਡੇ ਉਹ ਬੰਦੇ ਰਹਿੰਦੇ ਸੀ ਜਿਨ੍ਹਾਂ ਦਾ ਸਰਕਾਰੇ ਦਰਬਾਰੇ ਬਹੁਤ ਵੱਡਾ ਹੱਥ ਸੀਗਾ। ਤੇ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ 'ਚ ਰੜਕਦਾ ਸੀ ਸਮਾਣਾ। ਸਮਾਣੇ ਨੂੰ ਮਾਰਿਆ ਵੀ ਹੈ, ਮੁਸਲਮਾਨਾਂ ਨੂੰ ਉਹਨੇ ਕਿਤੇ ਸਜ਼ਾ ਦਿੱਤੀ ਹੈ, ਉਹਨਾਂ ਦੀਆਂ ਪਤਨੀਆਂ ਨੂੰ ਵੀ ਉਹਦਾ ਛੇਕ ਲੱਗਿਆ ਹੈ, ਫਿਰ ਲੁੱਟਿਆ ਵੀ ਹੈ, ਧਨ ਵੀ ਬਹੁਤ ਹੱਥ ਆਇਆ ਖਾਲਸੇ ਦੇ। ਉਦੋਂ ਬਾਅਦ ਭਾਈ ਸਾਹਿਬ ਜੀ ਕਹਿੰਦੇ ਨੇ ਫਿਰ ਬੰਦਾ ਸਿੰਘ ਬਹਾਦਰ ਨੇ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦੀ ਦੇ ਕਰਵਾਈ ਤੇ ਹਾਵਲ ਕਰ ਵਰਤਾਏ ਤਨ ਅਨਗਨ ਭੇਟ ਚੜਾਏ। ਅਰਦਾਸਾ ਕੀਤਾ ਗਿਆ, ਸ਼ੁਕਰ ਕੀਤਾ ਗਿਆ ਕਲਗੀਆਂ ਵਾਲੇ ਪਾਤਸ਼ਾਹ ਦਾ, ਕਿਉਂਕਿ ਜਿੱਤ ਉਹਦੀ ਕਿਰਪਾ ਨਾਲ ਹੋਈ ਹੈ। ਸੈਯਦ ਸਮਾਣੇ ਕੀ ਰੀਥੇ ਸੂਬੇ ਪਾਸ ਬਧੇਰੇ। ਇਹ ਸਮਾਣੇ ਦੇ ਵਿੱਚ ਕਈ ਸੈਯਦ ਵੀ ਨੇ ਜਿਨ੍ਹਾਂ ਦੀ ਪਹੁੰਚ ਬੜੀ ਦੂਰ ਤੱਕ ਹੈ, ਸੂਬੇਦਾਰਾਂ ਤੱਕ, ਬਾਦਸ਼ਾਹ ਤੱਕ ਹੈਗੀ। ਇੰਜੀ ਬੜ ਬੜ ਸਰਦਾਰ ਮੁਸਾਹਿਬ ਹੁਸੈਨ ਅਲੀ ਖਾਨ ਨਾਇਬ। ਇੱਥੇ ਵੱਡੇ ਵੱਡੇ ਅਹਿਲਕਾਰ ਨੇ, ਵੱਡੇ ਵੱਡੇ ਸਰਦਾਰ ਰਹਿੰਦੇ ਨੇ। ਹੁਸੈਨ ਖਲੀ ਖਾਨ ਨਾਇਬ ਇਤਿਆਦਿਕ ਇਹਨਾਂ ਦੇ ਨਾਮ ਦਿੱਤੇ ਹਨ। ਥਾ ਤਿਸਹੀ ਕਸਮਾਂ ਖਾ ਕੇ ਬੋ ਭੰਤੈ ਬਾਤੈ ਲਾ ਕੇ। ਭਾਈ ਸਾਹਿਬ ਕਹਿੰਦੇ ਥਾ ਤਿਸਹੀ ਕਸਮਾਂ ਖਾ ਕੇ ਗੁਰ ਤੈਪੁਰ ਆਨੰਦ ਛਡਾਇਓ। ਇਹ ਉਹ ਲੋਕ ਨੇ ਜਿਨ੍ਹਾਂ ਨੇ ਕਸਮਾਂ ਖਾ ਕੇ, ਸੌਹਾਂ ਖਾ ਕੇ ਗੁਰੂ ਗੋਬਿੰਦ ਸਿੰਘ ਤੋਂ ਆਨੰਦਪੁਰ ਖਾਲੀ ਕਰਾਇਆ ਸੀ। ਵੀ ਅਸੀਂ ਸੌਹਾਂ ਖਾਨੇ ਆ, ਕਸਮਾਂ ਖਾਨੇ, ਤੁਸੀਂ ਆਨੰਦਪੁਰ ਛੱਡ ਜਾਓ, ਤੁਹਾਡਾ ਰਸਤਾ ਨਹੀਂ ਰੋਕਾਂਗੇ, ਉਹ ਤੁਹਾਨੂੰ ਤੁਸੀਂ ਸਾਰਾ ਕੁਝ ਸਰਵਣ ਕੀਤਾ ਹੈ। ਮਹਾਰਾਜ ਵੈਸੇ ਤਾਂ ਇਹ ਨਹੀਂ ਵੀ ਮਹਾਰਾਜ ਇਹਨਾਂ ਦੇ ਉਹ ਚੱਕਰਾਂ 'ਚ ਪੈ ਗਏ ਵੀ ਵਿਸ਼ਵਾਸ ਕਰ ਲਿਆ, ਇਹ ਤਾਂ ਸਿੱਖਾਂ ਨੇ ਮਾਹੌਲ ਇਹੋ ਜਿਹਾ ਕ੍ਰੀਏਟ ਕਰਤਾ। ਮਹਾਰਾਜ ਤਾਂ ਕਦੋਂ ਇਹਨਾਂ ਦੀਆਂ ਗੱਲਾਂ ਚਾਹੁੰਦੇ ਸੀ? ਮਹਾਰਾਜ ਨੇ ਤਾਂ ਆਖਿਆ ਸੀ ਇਹਨਾਂ ਦੇ ਸੌਹਾਂ ਤੇ ਵਿਸ਼ਵਾਸ ਨਾ ਕਰਿਓ, ਇਹਨਾਂ ਦੇ ਸੌਹਾਂ ਦੇ ਵਿੱਚ ਦਮ ਨਹੀਂ ਹੈ। ਚਲੋ ਹੁਣ ਉਹ ਲੋਕ ਇੱਥੋਂ ਸਮਾਣੇ ਦੇ ਕਹਿੰਦੇ ਨੇ ਗੁਰ ਤੇਪੁਰ ਆਨੰਦ ਛਡਾਇਓ, ਫਿਰ ਉਸ ਹੀ ਦਗਾ ਕਮਾਇਓ ਜਿਨ੍ਹਾਂ ਨੇ ਫਿਰ ਦਗੇ ਕੀਤੇ ਖਾਲਸੇ ਨਾਲ। ਜਦੋਂ ਵਹੀਰ ਨਿਕਲਿਆ ਬਾਹਰ, ਪਹਿਲਾਂ ਇਹਨਾਂ ਨੇ ਆਖਿਆ ਤੁਹਾਡੇ ਰਸਤੇ ਖਾਲੀ ਕਰ ਦਿਆਂਗੇ, ਤੁਹਾਡੇ ਰਸਤੇ 'ਚ ਕੋਈ ਰੁਕਾਵਟ ਨਹੀਂ ਹੋਊਗੀ। ਸੌਹਾਂ ਖਾਧੀਆਂ ਇਹਨਾਂ ਨੇ ਆਪਣੇ ਪਵਿੱਤਰ ਗ੍ਰੰਥਾਂ ਦੀਆਂ, ਪਰ ਬਾਅਦ ਵਿੱਚ ਜਦੋਂ ਨਿਕਲੇ ਅਲੀ ਅਲੀ ਦੇ ਜਕਾਰੇ ਛੱਡ ਕੇ ਪਿੱਛੇ ਧਾਵਾ ਬੋਲ ਕੇ ਹੱਲਾ ਬੋਲਤਾ ਤੇ ਸਰਸਾ ਦੇ ਕੰਢੇ ਤੱਕ ਨਹੀਂ ਪਹੁੰਚਣ ਦਿੱਤਾ। ਕੱਟ ਵੱਢ ਸ਼ੁਰੂ ਹੋਈ, ਉਹ ਸਾਰਾ ਕੁਝ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਰਾ ਕੁਝ ਧਿਆਨ ਵਿੱਚ ਹੈਗਾ। ਨਾਲ ਦੇ ਸਿੰਘ ਵੀ ਦੱਸਦੇ ਹਨ। ਸ਼ਾਹਜਾਦੋ ਕੋ ਪੀ ਸੂਬਾ ਛੋੜਨ ਥਾ ਲਾਗਿਓ ਖੂਬਾ। ਔਰ ਭਾਈ ਸਾਹਿਬ ਕਹਿੰਦੇ ਤਬ ਉਸ ਹੀ ਨੇ ਹਟ ਕਹਿ ਕੇ ਤਰਗੀਬੈਂ ਬਹੁਤੇ ਦੇ ਗਏ ਮਿਲ ਖਾਨ ਹੁਸੈਨ ਬਗੈਰੈ ਨੇ ਕਤਲ ਕਰੇ ਬਿਨ ਦੇਰੇ। ਇਹੋ ਜੇ ਕਿੰਨੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਤਲ ਕਰ ਦਿੱਤੇ ਨੇ, ਮੌਤ ਦੇ ਘਾਟ ਉਤਾਰ ਦਿੱਤੇ ਹਨ। ਏਓ ਸੁਣ ਸਾ ਬੰਦੇ ਝੇੜਾ ਕਿ ਹੱਥੋਂ ਹੱਥ ਨਬੇੜਾ। ਬੰਦਾ ਸਿੰਘ ਬਹਾਦਰ ਨੇ ਹੱਥੋਂ ਹੱਥੀ ਕੰਮ ਨਵੇੜਤਾ, ਨਾਲੋਂ ਨਾਲ ਸਾਰਿਆਂ ਦਾ ਕੰਮ ਨਵੇੜਿਆ। ਸਭ ਲੈ ਦੁਸ਼ਮਨੋਂ ਤੇ ਹੈ ਬਦਲੇ ਪਲ ਠੋਕ ਵਜੇ ਹੈ। ਬਦਲਾ ਲਿਆ ਕੋਨਾਂ ਤੋਂ, ਕੀਤੇ ਦਾ ਫਲ ਭੁਗਤਾਇਆ, ਕੀਤੇ ਦੀ ਸਜ਼ਾ ਦਿੱਤੀ ਉਹਨਾਂ ਨੂੰ। ਇਹ ਤਾਂ ਕੁਦਰਤ ਵੀ ਦਿੰਦੀ ਹੈ। ਇੱਥੇ ਬਿਲਕੁਲ ਇਹ ਨਹੀਂ ਕਹਿ ਸਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਗਲਤ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੇ ਦਾ ਫਲ ਭੁਗਤਾਇਆ। ਕੁਦਰਤ ਵੀ ਦਿੰਦੀ ਹੈ, ਜੈਸੀ ਕਰਨੀ ਵੈਸੀ ਭਰਨੀ, ਕੁਦਰਤ ਜੈਸ ਖਲਾਏ, ਕਾਂਟੇ ਬੋਨੇ ਬਾਲਾ ਜਗ में फूल कहां से ਪਾਏ। ਬੀਜੇ ਕੰਡੇ ਨੇ ਇਹਨਾਂ ਨੇ, ਉਹਦਾ ਫਲ ਭੁਗਤ ਰਹੇ ਨੇ। ਇਹਨਾਂ ਨੇ ਕੀਤਾ ਕੀ ਸੀ? ਇਸ ਕਰਕੇ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਿਨਾਂ ਦੇਰੀ ਤੋਂ ਸਜ਼ਾ ਦਿੱਤੀ ਹੈ। ਸੈਯਦ ਸਮਾਣੇ ਕੀ ਰੀਥੇ ਕਾਤਲ ਗੁਰਸੁਤ ਜੇਰੇ। ਹਾਂ, ਆ ਲਿਖਦੇ ਨੇ, ਕਹਿੰਦੇ ਜਿਹੜੇ ਸਮਾਣੇ ਦੇ ਸੈਯਦ ਸੀ, ਕਾਤਲ ਗੁਰਸੁਤ ਜੇਰੇ, ਜਿਨ੍ਹਾਂ ਨੇ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ ਹੈ। ਅੱਗੇ ਲਿਖਦੇ ਨੇ, ਕਹਿੰਦੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸਰਕਰਮ ਕੀਤਾ। ਜੋ ਸਭ ਹੀ ਜੁਤ ਪਰਵਾਰੈ
ਕੈ ਕਰ ਬੁਰੀ ਦਸ਼ਾ ਮੂੰ ਮਾਰੈ। ਉਹਨਾਂ ਦੇ ਸਾਰੇ ਪਰਿਵਾਰਾਂ ਦਾ ਉਜਾੜਾ ਕਰ ਦਿੱਤਾ, ਛੱਡਿਆ ਹੀ ਕੋਈ ਨਹੀਂ ਹੈ। ਸੈਯਦੋਂ ਕਾ ਕੂਚਾ ਸਾਰਾ ਕਰ ਆਮ ਕਤਲ ਉਜਾਰਾ। ਜਿਹੜੇ ਗਲੀ ਚੋਂ ਰਹਿੰਦੇ ਸੀ ਨਾ, ਜਿਹੜੇ ਮੁਹੱਲੇ ਚੋਂ ਰਹਿੰਦੇ ਸੀਗੇ, ਕਹਿੰਦੇ ਉਹ ਮੁਹੱਲੇ ਦਾ ਨਾਮੋ ਨਿਸ਼ਾਨ ਮਿਟਾਤਾ ਬੰਦਾ ਸਿੰਘ ਬਹਾਦਰ ਨੇ, ਨਾਮੋ ਨਿਸ਼ਾਨ ਮਿਟਾਤਾ। ਕੂਚਾ ਦਾ ਅਰਥ ਹੁੰਦਾ ਹੈ ਉਹ ਗਲੀ, ਉਹ ਮੁਹੱਲਾ ਕਹਿ ਲਓ। ਕਰ ਆਮ ਕਤਲ ਉਜਾਰਾ, ਉਜਾੜਾ ਕਰ ਦਿੱਤਾ, ਪਤਾ ਹੀ ਲੱਗਦਾ ਵੀ ਇੱਥੇ ਕੋਈ ਰਹਿੰਦਾ ਸੀ। ਜਿਹੜੇ ਕਹਿੰਦੇ ਸੀ ਸਾਡੇ ਵੱਲ ਕੋਈ ਝਾਕ ਨਹੀਂ ਸਕਦਾ, ਇਹ ਕਲਯੁਗ ਨਾ ਕਰਯੁਗ ਹੈ, ਜੋ ਕਰ ਹੈ ਸੋਈ ਭੁਗ ਹੈ। ਭਾਈ ਸਾਹਿਬ ਨੇ ਕਮਾਲ ਦੀ ਗੱਲ ਲਿਖੀ ਹੈ, ਕਹਿੰਦੇ ਇਹਨੂੰ ਕਲਯੁਗ ਨਾ ਆਖੋ, ਉਹਨਾਂ ਨੇ ਹੋਰ ਢੰਗ ਨਾਲ ਆਖਿਆ, ਕਹਿੰਦੇ ਕਰਯੁਗ ਹੈ। ਕਰਯੁਗ ਦਾ ਮਤਲਬ ਕੀ ਹੈ? ਕਹਿੰਦੇ ਇਹ ਤਾਂ ਉਹ ਸਮਾਂ ਵੀ ਜਿਹੋ ਜਿਹਾ ਕਰਿਆ ਉਹਨੂੰ ਉਹੋ ਜਿਹਾ ਭੁਗਤਾਤਾ। ਸੋਈ ਕਰ ਹੈ ਜੋ ਭੁਗ ਹੈ, ਇੱਥੇ ਜੋ ਕਰਦਾ ਉਹ ਭੁਗਤਦਾ ਹੈ। ਇਹਨਾਂ ਨੇ ਕੀਤਾ, ਇਹਨਾਂ ਨੂੰ ਭੁਗਤਣਾ ਪਿਆ ਜੀ। ਪਰ ਇੱਕ ਬਾਂਸ ਕੇ ਆਗੇ ਬਹੁ ਬਣ ਕੋ ਜਾਰਤ ਲਾਗੀ। ਇੱਕ ਗੱਲ ਹੋਰ ਲਿਖਦੇ ਨੇ ਗਿਆਨੀ ਜੀ, ਕਹਿੰਦੇ ਜਿਵੇਂ ਨਾ ਜੰਗਲ ਹੁੰਦਾ, ਜੰਗਲ ਦੇ ਇੱਕ ਬਾਂਸ ਨੂੰ ਅੱਗ ਲੱਗ ਜਾ ਕਿਤੇ, ਫਿਰ ਉਹ ਬਾਂਸ ਤੋਂ ਲੱਗੀ ਹੋਈ ਅੱਗ ਪੂਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਡੋਬਤ ਇੱਕ ਪਾਪੀ ਬੇੜਾ ਲਿਬੜੀ ਇੱਕ ਭੈਸਲ ਬੇੜਾ। ਕਹਿੰਦੇ ਇੱਕ ਬੰਦਾ ਬੇੜੀ ਨੂੰ ਡੋਬ ਦਿੰਦਾ ਹੈ, ਇੱਕ ਲਿਬੜੀ ਹੋਈ ਮੱਝ ਪੂਰੇ ਆਪਣੇ ਸਾਰੀਆਂ ਮੱਝਾਂ ਨੂੰ ਲਵੇੜ ਦਿੰਦੀ ਹੈ। ਤੇ ਠਾਥੇ ਬਿਸਕ ਪਾਪੀ ਜਿਨ ਬਦਲੇ ਬਸਤੀ ਖਾਪੀ। ਇਹ ਸਮਾਣੇ ਦੇ ਅੰਦਰ 20 ਕੋ ਪਾਪੀ ਨੇ ਜਿਨ੍ਹਾਂ ਨੇ ਵੱਡੇ ਪਾਪ ਕੀਤੇ ਜੀ। ਤੁਰਕਣ ਥਾ ਜੈਸਾ ਕੀਆ ਤੈਸਾ ਫਲ ਬੰਦੇ ਦੀਆ। ਬਈ ਇਹਨਾਂ ਨੇ ਜਿਹੜੇ ਕੰਮ ਕੀਤੇ 20 ਬੰਦਿਆਂ ਕਰਕੇ ਪੂਰੇ ਸਮਾਣੇ ਨੂੰ ਅੱਗ ਲਾਉਣੀ ਪਈ ਹੈ। ਤੇ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਉਹੀ ਕੁਝ ਕੀਤਾ, ਤੈਸਾ ਫਲ ਬੰਦੇ ਦੀਆ, ਬੰਦੇ ਨੂੰ ਉਹਨਾਂ ਦੀ ਕਰਨੀ ਦਾ ਫਲ ਭੁਗਤਾਇਆ ਹੈ। ਦੋਹਰਾ ਮਡਲ ਕੌਮ ਤੁਰਕਾਨ ਕੋ ਹੁਤੇ ਤਹਾਂ ਬੜ ਜੋਰ। ਇੱਥੇ ਤੁਰਕਾਂ ਦੇ ਵਿੱਚ ਇੱਕ ਮਡਲ ਕੌਮ ਹੈ, ਭਾਈ ਸਾਹਿਬ ਲਿਖਦੇ ਉਹਨਾਂ ਦਾ ਸਰਨੇਮ ਗੋਤ ਹੈ, ਉਹਨਾਂ ਦਾ ਇੱਥੇ ਬੜਾ ਹੀ ਜ਼ੋਰ ਹੈਗਾ ਸੀ। ਸੈਯਦ ਮੁਗਲ ਪਠਾਨ ਪੇ ਸ਼ੇਖ ਦਏ ਸਭ ਤੂਰ। ਭਾਈ ਸਾਹਿਬ ਕਹਿੰਦੇ ਨੇ ਬੜੇ ਸੈਯਦ, ਬੜੇ ਬੜੇ ਪਠਾਨ, ਬੜੇ ਬੜੇ ਸ਼ੇਖ ਸਭ ਬੰਦਾ ਸਿੰਘ ਬਹਾਦਰ ਨੇ ਖਤਮ ਕੀਤੇ ਜੀ। ਐਸਾ ਗਾਰ ਤੇ ਅਤ ਕਰਿਓ ਤਾਬਣ ਆਇਓ ਫੇਰ। ਮੁੜ ਕੇ ਸਮਾਣੇ ਦੇ ਵਿੱਚ ਅੱਜ ਤੱਕ ਉਹ ਰੌਣਕ ਨਹੀਂ ਪਰਤ ਸਕੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਵਾਰੀ ਖਤਮ ਕਰਤੀ। ਕਹਿੰਦੇ ਨੇ ਐਸਾ ਗਾਰ ਅਤ ਕਰਿਓ, ਐਸਾ ਤਬਾਹ ਕੀਤਾ ਸਮਾਣਾ, ਐਸਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਨੂੰ ਸਜ਼ਾ ਦਿੱਤੀ। ਲਓ ਖੋਲੇ ਪਰੇ ਹੈ ਤਾਂ ਤੇ ਅਦਿਕ ਚੁਫੇਰ। ਭਾਈ ਸਾਹਿਬ ਕਹਿੰਦੇ ਹਾਲੇ ਤੱਕ ਵੀ ਤੁਸੀਂ ਢੱਠੇ ਹੋਏ ਮਕਾਮ ਵੇਖ ਸਕਦੇ ਹੋ, ਹਾਲੇ ਤੱਕ ਵੀ ਉਹ ਨਿਸ਼ਾਨੀਆਂ ਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਖੇਡ ਵਰਤਾਈ ਜੀ। ਗਾਥ ਟੋਹਾਣੇ ਕੈਂਥ ਲੈ ਸਮਾਣੇ ਕੀ ਗਾਏ। ਉਤਰਿਓ ਪਿਖ ਕੈ ਪੰਥ ਕੈ ਇਤ ਥਿਤ ਕਰੋ ਅਧਿਆਏ। ਕਹਿੰਦੇ ਇਹ ਅਧਿਆਇ ਪੂਰਾ ਹੋ ਗਿਆ। ਅਗਲੇ ਅਧਿਆਇ ਦੇ ਵਿੱਚ ਮੈਂ ਸਮਾਣਾ ਨਾ ਇੱਥੇ ਟੋਹਾਣੇ ਤੇ ਸਮਾਣੇ ਦੀ ਗੱਲ ਕੀਤੀ ਹੈ। ਟੋਹਾਣੇ ਦੀ ਕੱਲ ਆਈ ਸੀ ਨਾ, ਬਹੁਤੀ ਵੱਡੀ ਨਹੀਂ ਸੀ ਲੜਾਈ, ਥੋੜੀ ਜਿਹੀ ਮੁੱਠਭੇੜ ਹੋਈ ਸੀ, ਉਹ ਛੇਤੀ ਦੇ ਨਾਲ ਹਥਿਆਰ ਛੁੱਟ ਗਏ, ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਮੋਰਚਾ ਆ ਗਿਆ ਸੀ। ਇਹ ਜਿਹੜਾ ਸਮਾਣਾ ਇਹਨੂੰ ਪੂਰੀ ਤਰ੍ਹਾਂ ਲੁੱਟਿਆ, ਬਰਬਾਦ ਕੀਤਾ, ਅੱਗ ਲਾਈ, ਸਜ਼ਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੇ। ਇਹ ਤੋਂ ਬਾਅਦ ਖਾਲਸੇ ਦੇ ਹੱਥ ਬਹੁਤ ਵੱਡਾ ਧਨ ਲੱਗਿਆ, ਹੌਸਲੇ ਬੁਲੰਦ ਹੋ ਗਏ, ਇਹਨਾਂ ਦੀ ਜੁਰਤ ਵਿੱਚ ਹੋਰ ਵਾਧਾ ਹੋ ਗਿਆ। ਜਿੱਤਾਂ ਨੇ ਜਦੋਂ ਜਿੱਤ ਹੋ ਜਾਏ ਨਾ ਫਿਰ ਬੰਦੇ ਦੇ ਹੌਸਲੇ ਬੁਲੰਦ ਹੁੰਦੇ ਨੇ, ਏਡੀਆਂ ਖੁਸ਼ੀਆਂ। ਤੇ ਇਹਨਾਂ ਨੇ ਕੀ ਕੀਤਾ, ਹੁਣ ਕਹਿੰਦੇ ਵੀ ਅਗਲਾ ਨਿਸ਼ਾਨਾ ਕੀ ਹੈ। ਅਗਲਾ ਨਿਸ਼ਾਨਾ ਕੁੰਜਪੁਰਾ, ਦਾਮਲਾ, ਮੁਲਾਣਾ ਤੇ ਸਢੌਰਾ ਵੀ ਆਏਗਾ ਹੁਣ। ਤੇ ਇਹ ਆਪਾਂ ਵੇਖਾਂਗੇ ਸਢੌਰੇ ਕੌਣ ਸੀ। ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨੂੰ ਕਤਲ ਕੀਤਾ ਸੀ ਇੱਥੇ ਰਹਿਣ ਵਾਲਿਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਕੋਲ ਇੱਕ ਲਿਸਟ ਹੈ, ਉਹ ਸਾਰੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਮਹਾਰਾਜ ਨੇ ਐਸੀਆਂ ਸ਼ਕਤੀਆਂ, ਥਾਪੜਾ, ਤਾਕਤ, ਅਥਾਰਟੀ ਦੇ ਕੇ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜੇ ਜਿਹੇ ਸਮੇਂ ਦੇ ਬਾਅਦ ਹੀ, ਇਹ ਬਾਬਾ ਬੰਦਾ ਸਿੰਘ ਬਹਾਦਰ ਅਕਤੂਬਰ 1708 ਨੂੰ ਆਏ ਸੀਗੇ। ਇਹ 1709 ਦੇ ਵਿੱਚ ਸਮਾਣਾ ਫੇਹਤਾ ਸੀਗਾ ਬਾਬਾ ਜੀ ਨੇ। ਬੜੀ ਪਹਿਲੀ ਇਹ ਫਤਿਹ ਸੀਗੀ, ਬੜੀ ਜਿੱਤ ਸੀਗੀ, ਹੌਸਲੇ ਬੁਲੰਦ ਨੇ। ਅੱਗੇ ਆਪਾਂ ਵੇਖਾਂਗੇ ਖਾਲਸਾ ਫੌਜਾਂ, ਬਾਬਾ ਬੰਦਾ ਸਿੰਘ ਬਹਾਦਰ ਦਾ ਮੂੰਹ ਕਿੱਧਰ ਨੂੰ ਹੁੰਦਾ ਹੈ, ਕੀ ਵਾਪਰਦਾ ਹੈ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ ਸਾਰੀ ਸੰਗਤ ਦਾ। ਭੁੱਲ ਚੁੱਕ ਦੀ ਮਾਫੀ, ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਸਤਿਗੁਰੂ ਖਿਮਾ ਕਰਨਗੇ। ਸਾਰਿਆਂ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਗਾਥ ਟੋਹਾਣੇ ਕੈਂਥ ਲੈ ਸਾਮਾਣੇ ਕੀ ਗਾਏ।
ਉਤਰਿਓ ਪਿਗ ਕੈ ਪੰਥ ਕੋ ਇਸ ਤਤ ਭਇਓ ਅਧਿਆਏ हे अच्युत हे पार ब्रह्म अबनासी ਅਗਨਾਸ हे पूरन हे सर्वमय ਦੁਖ ਭੰਜਨ ਗੁਣਤਾਸ हे संगी हे निरंकार ਏ ਨਿਰਗੁਣ ਸਭ ਟੇਕ हे गोविंद हे गुण निधान ਜਾ ਕੈ ਸਦਾ ਵਿਵੇਕ हे अपरंपर हर हरे ਹੈ ਪੀ ਹੋਵਣ ਹਾਰ हे संतः कै सदा संग ਨਿਦਾਰਾ ਆਧਾਰ हे ठाकुर हौं दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दा ਰਾਖੋ ਹੀਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बसत ਨਾਨਕ ਹੋਤ ਨਿਹਾਲ एक अखर हर मन बसत ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।